ਏਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਅਰ ਸ਼੍ਰੀ ਹਰਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਦੋਹਰਾ ਸ਼੍ਰੀ ਗੁਰ ਕਿਰਪਾ ਨਿਧਾਨ ਸੁਨ ਲੱਖ ਕੈ ਸੁਧ ਅਧਿਕਾਰ। ਨਿਰਨੈ ਕਿਨਸ ਬ੍ਰਹਮ ਕੋ ਤਿਸ ਪ੍ਰਤ ਬਾਕ ਉਚਾਰ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਚਬਰ ਛਤਰ ਤਖਤ ਕੇ ਮਾਲਕ। ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਸਜ ਰਹੇ ਪਵਿੱਤਰ ਦਰਬਾਨ ਦੀ ਹਾਜ਼ਰੀ ਵਿੱਚ ਹਾਜ਼ਰੀਨ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ। ਆਪਾਂ ਸਾਰੇ ਸਰੀਰ ਤਨ ਤਾਦੇ ਯੋਗ ਹਾਂ ਜਿਨ੍ਹਾਂ ਨੂੰ ਸ਼ਹੀਦਾਂ ਦੇ ਪਵਿੱਤਰ ਸਥਾਨ 'ਤੇ ਗੁਰੂ ਹਜ਼ੂਰੀ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੇ ਜੀਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਵਿਚਾਰ ਸਰਵਣ ਕਰਨ ਅਤੇ ਵਿਚਾਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਕੱਲ੍ਹ ਆਪਾਂ ਪ੍ਰਸੰਗ ਵਿੱਚ ਵਿਚਾਰਨਾ ਕੀਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਹੁਕਮ ਅਨੁਸਾਰ ਸਤਿਗੁਰੂ ਦੇਵ ਜੀ ਦੇ ਆਗਿਆ ਦੇ ਵਿੱਚ ਸਿੱਖ ਸੇਵਕ ਪਵਿੱਤਰ ਸੰਤੋਖਸਰ ਦੇ ਸਰੋਵਰ ਦੀ ਕਾਰ ਸੇਵਾ ਕਰ ਰਹੇ ਹੈ। ਖੁਦਾਈ ਕਰਦਿਆਂ ਕਰਦਿਆਂ ਕਈ ਮਹੀਨੇ ਲੰਘ ਜਾਂਦੇ ਹੈ ਅਤੇ ਸਰੋਵਰ ਦੇ ਗਹਿਰੇ ਤਲ ਦੇ ਤਾਈਂ ਇੱਕ ਮੱਠ ਪ੍ਰਾਪਤ ਹੋਇਆ ਹੈ। ਮੱਠ ਦੇ ਇਰਦ ਗਿਰਦ ਤੋਂ ਮਿੱਟੀ ਪਾਸੇ ਕੀਤੀ ਜਾਂਦੀ ਹੈ। ਮੱਠ ਦੇ ਵਿੱਚ ਇੱਕ ਯੋਗੀ ਮਿਲਦਾ ਹੈ। ਸਤਿਗੁਰੂ ਦੇਵ ਜੀ ਦੇ ਆਦੇਸ਼ ਅਨੁਸਾਰ ਉਹਦੀ ਕਸਤੂਰੀ ਅਤੇ ਮੱਖਣ ਦੇ ਦੁਆਰਾ ਮਾਲਿਸ਼ ਕੀਤੀ ਜਾਂਦੀ ਹੈ। ਉਹਨੂੰ ਸੁੱਧ ਦੇ ਵਿੱਚ ਉਹਨੂੰ ਹੋਸ਼ ਵਿੱਚ ਲਿਆਂਦਾ ਜਾਂਦਾ ਹੈ। ਸਤਿਗੁਰੂ ਦੇਵ ਜੀ ਦੇ ਦੁਆਰਾ ਫਿਰ ਉਹਦੇ ਤਾਂ ਹੀ ਪੁੱਛਿਆ ਜਾਂਦਾ ਹੈ ਅਤੇ ਉਹ ਸਤਿਗੁਰੂ ਜੀ ਦੇ ਸਿੱਖਾਂ ਤੋਂ ਪੁੱਛਦਾ ਹੈ ਵੀ ਇਹ ਕੌਣ ਹੈ ਜਿਹੜੇ ਮੇਰੇ ਸਾਹਮਣੇ ਵਿਰਾਜ ਰਹੇ ਆ। ਬਾਬਾ ਬੁੱਢਾ ਜੀ ਸਤਿਗੁਰੂ ਜੀ ਦੇ ਬਾਬਤ ਸਾਰੀ ਵਿਚਾਰ ਉਸ ਯੋਗੀ ਨੂੰ ਦਰਸਾਉਂਦੇ ਹੈ। ਯੋਗੀ ਸਤਿਗੁਰੂ ਜੀ ਦੇ ਬਾਰੇ ਸੁਣ ਕੇ ਅਸ਼ ਕਰ ਉੱਠਦਾ ਹੈ। ਉਹ ਆਪਣਾ ਫਿਰ ਸਾਰਾ ਪੁਰਬਲਾ ਬਿਰਤਾਂਤ ਦਰਸਾਉਂਦਾ ਹੈ ਵੀ ਉਹਨੇ ਇਹ ਕਿਵੇਂ ਹਠ ਯੋਗ ਕਮਾਉਣਾ ਕੀਤਾ। ਉਹਦੇ ਗੁਰੂ ਨੇ ਉਹਨੂੰ ਕਿਵੇਂ ਆਦੇਸ਼ ਦਿੱਤਾ ਸੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਲਯੁਗ ਦੇ ਸਮੇਂ ਵਿੱਚ ਹੋਣਗੇ ਜਿਹੜੀ ਤੈਨੂੰ ਅਗਿਆਨ ਕਰਵਾਉਂਦੇ ਹੋਏ ਜੀਵਨ ਮੁਕਤੀ ਦਾ ਉਪਦੇਸ਼ ਦ੍ਰਿੜ ਕਰਵਾਉਣਗੇ। ਉਹ ਸਤਿਗੁਰੂ ਦੇਵ ਜੀ ਦੇ ਬਾਬਤ ਸੁਣ ਕਰਕੇ ਬੜਾ ਬੇਨਤੀ ਸਰੂਪ ਹੋ ਕਰਕੇ ਹੁਣ ਸਤਿਗੁਰੂ ਦੇਵ ਜੀ ਦੇ ਤਾਈਂ ਆਤਮ ਗਿਆਨ ਦੇ ਸਹਿਤ ਕੁਝ ਸਵਾਲ ਪੁੱਛਦਾ ਹੈ। ਉਹ ਜਾਣਨਾ ਚਾਹ ਰਿਹਾ ਹੈ ਕਿ ਜੇ ਸਤਿਗੁਰ ਦੇਵ ਇਹ ਸੰਸਾਰ ਝੂਠਾ ਹੈ ਅਤੇ ਫਿਰ ਵੇਖਣ ਵਾਲਿਆਂ ਨੂੰ ਸੱਚਾ ਕਿਉਂ ਲੱਗਦਾ ਹੈ। ਜੇਕਰ ਇਹ ਸੱਚਾ ਹੈ ਅਤੇ ਇਹ ਝੂਠਾ ਕਿਉਂ ਪ੍ਰਤੀਤ ਹੁੰਦਾ ਹੈ। ਅਤੇ ਇਹ ਸਤਿਗੁਰੂ ਦੇਵ ਜੀ ਉਹਦੇ ਤਾਈਂ ਸਾਰੀ ਵਿਚਾਰ ਅਗਲੇ ਪ੍ਰਸੰਗ ਵਿੱਚ ਕਿਵੇਂ ਦਰਸਾਉਂਦੇ ਹੈ। ਇਹ ਆਪਾਂ ਕੱਲ੍ਹ ਬੜੇ ਵਿਸਥਾਰ ਨਾਲ ਪਿੱਛੇ ਪ੍ਰਸੰਗ ਵਿਚਾਰਿਆ ਸੀ। ਆਓ ਅਗਲੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ। ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ਼੍ਰੀ ਗੁਰ ਕਿਰਪਾ ਨਿਧਾਨ ਸੁਨ ਲੱਖ ਕੈ ਸੁਧ ਅਧਿਕਾਰ। ਨਿਰਨੈ ਕੀਨਸ ਬ੍ਰਹਮ ਕੋ ਤਿਸ ਪ੍ਰਤ ਬਾਕ ਉਚਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾਣਿਆ ਹੈ ਕਿ ਇਹ ਜਿਹੜਾ ਯੋਗੀ ਹੈ
ਇਹ ਹੁਣ ਆਤਮ ਗਿਆਨ ਦੀ ਇੱਛਾ ਪ੍ਰਗਟਾ ਰਿਹਾ ਹੈ। ਔਰ ਇਹਦਾ ਜਿਹੜਾ ਸਵਾਲ ਹੈ ਇਹ ਵੀ ਆਤਮ ਗਿਆਨ ਦੇ ਸਹਿਤ ਹੈ, ਅਤੇ ਇਹਦਾ ਹਿਰਦਾ ਜਿਹੜਾ ਬਿਲਕੁਲ ਸ਼ੁੱਧ ਹੈ, ਅਤੇ ਇਹਦੇ ਹਿਰਦੇ ਦੀ ਵਿਚਾਰ ਨੂੰ ਸਤਿਗੁਰੂ ਜੀ ਨੇ ਜਾਣਿਆ ਹੈ। ਔਰ ਇਹਨੂੰ ਬ੍ਰਹਮ ਦਾ ਗਿਆਨ, ਆਤਮ ਦਾ ਗਿਆਨ ਦਰਸਾਉਣ ਦੇ ਲਈ ਸਤਿਗੁਰਦੇਵ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਹ ਉਪਦੇਸ਼ ਦ੍ਰਿੜ ਕਰਵਾਉਂਦੇ ਹਨ। ਚਉਪਈ ਭੋ ਜੋਗੇਸ਼ਵਰ ਆਚਾਰਜ ਅਹੈ, ਆਖੈ ਬ੍ਰਹਮ ਕੋ ਕਿਮ ਕੋ ਕਹੈ। ਸਤਿਗੁਰੂ ਦੇਵ ਆਖਣ ਲੱਗੇ, ਹੇ ਯੋਗੀ ਰਾਜ, ਵੀ ਤੁਸੀਂ ਜਿਹੜਾ ਸਵਾਲ ਕੀਤਾ ਹੈ ਨਾ, ਵੀ ਜੇਕਰ ਇਹ ਸੰਸਾਰ ਝੂਠਾ ਹੈ ਤੇ ਪਰ ਵੇਖਣ ਵਾਲੇ ਨੂੰ ਸੱਚਾ ਕਿਉਂ ਲੱਗਦਾ ਹੈ, ਤੇ ਜੇ ਇਹ ਸੱਚਾ ਹੈ ਤੇ ਇਹਨੂੰ ਝੂਠਾ ਕਿਉਂ ਕਿਹਾ ਹੈ? ਜੇ ਸਾਰਾ ਕੁਝ ਇਹ ਜੜ ਹੈ ਤੇ ਇਹਦੇ ਤਾਂ ਹੀ ਫਿਰ ਚੇਤਨ ਸਰੂਪ ਕਿਉਂ ਹੈ? ਫਿਰ ਸਾਰੇ ਜੀਵ ਹਰਕਤ ਕਿਉਂ ਕਰਦੇ ਹੈ? ਤੋ ਸਤਿਗੁਰੂ ਦੇਵ ਜੀ ਇਹਦੇ ਤਾਂ ਹੀ ਦਰਸਾਉਂਦੇ ਇਹ ਜੋਗੀ ਰਾਜ, ਵੀ ਜਿਹੜਾ ਬ੍ਰਹਮ ਹੈ ਉਹਦੇ ਤਾਂ ਹੀ ਕੋਈ ਕਿਵੇਂ ਕਥਨ ਕਰ ਸਕਦਾ ਹੈ, ਕਿਉਂਕਿ ਉਹ ਸਾਡੇ ਇਸ ਬਾਹਰੀ ਸਰੂਪ ਤੋਂ ਪਰੇ ਹੈ। ਨਾਮ ਅਗੋਚਰ ਭਾਖਤ ਤਾਹੇ, ਕਿਸੀ ਰਿਖੀਕ ਵਿਸ਼ੈ ਕਬ ਨਾਹੇ। ਕਿਉਂਕਿ ਉਹ ਜਿਹੜਾ ਬ੍ਰਹਮ ਰੂਪ ਹੈ ਨਾ ਪਰਮੇਸ਼ਵਰ ਜੀ ਦਾ, ਭਾਵੇਂ ਕਿ ਉਹ ਹਰ ਇੱਕ ਹਿਰਦੇ ਦੇ ਵਿੱਚ ਉਹ ਪਰਮੇਸ਼ਰ ਦਾ ਬ੍ਰਹਮ ਸਰੂਪ ਹੈ, ਪਰ ਉਹ ਅਗੋਚਰ ਹੈ। ਅਗੋਚਰ ਦਾ ਭਾਵ ਹੁੰਦਾ ਜਿਹੜਾ ਸਾਡੀਆਂ ਇਹ ਸਰੀਰਕ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜਿਹੜਾ ਆ ਸਾਡੇ ਇਹ ਨਾ ਤੇ ਉਹ ਅੱਖਾਂ ਦਾ ਵਿਸ਼ਾ ਹੈ, ਨਾ ਨਾਸਿਕਾ ਦਾ, ਨਾ ਉਹ ਸਾਡੇ ਕੰਨਾਂ ਦਾ ਹੀ ਵਿਸ਼ਾ ਹੈ, ਕਿਉਂਕਿ ਇਹ ਸਾਡੇ ਗਿਆਨ ਇੰਦਰੀ ਹੈ ਨਾ, ਉਹ ਪੰਜ ਗਿਆਨ ਇੰਦਰੀਆਂ ਤੋਂ ਪਰੇ ਹੈ, ਜਿਹੜਾ ਪਰਮੇਸ਼ਰ ਦਾ ਹੁਣ ਬ੍ਰਹਮ ਸਰੂਪ ਹੈ। ਇਸ ਕਰਕੇ ਉਹਦੇ ਤਾਈਂ ਕਥਨ ਨਹੀਂ ਕੀਤਾ ਜਾ ਸਕਦਾ। ਉਹ ਆਪਣੇ ਤਾਈਂ ਜਿੱਥੇ ਅਗੋਚਰ ਹੈ ਉਥੇ ਅਗੰਮ, ਉਹ ਤੇ ਸਾਡੀ ਮਨ ਦੀ ਗਮਤਾ ਤੋਂ ਪਰੇ ਹੈ। ਤਉ ਜਨਾਵਨ ਸਿੱਖਨ ਕਾਰਨ, ਕਰੁਣਾ ਕਰ ਗੁਰ ਕਰਹਿ ਉਚਾਰਨ। ਪਰ ਫਿਰ ਵੀ ਸਤਿਗੁਰੂ ਦੇਵ ਜੀ ਹੁਣ ਸਿੱਖਾਂ ਨੂੰ ਇਹ ਜਾਣਕਾਰੀ ਦੇਣ ਦੇ ਲਈ, ਇਹ ਸ਼ੁਭ ਸਿੱਖਿਆ ਦੇਣ ਦੇ ਲਈ ਆਪਣੇ ਪਵਿੱਤਰ ਸਤਿਸਮੁਖ ਤੋਂ ਇਉਂ ਬਚਨ ਦਰਸਾਉਂਦੇ ਹਨ। ਰਚ ਹੈ ਸਮਗਰੀ ਜੋ ਮਨ ਆਪਣੇ, ਸਤ ਪ੍ਰਤੀਤ ਹੋਤ ਸਭ ਸੁਪਨੇ। ਆ ਜਿਵੇਂ ਆਪਣੇ ਤਾਈਂ ਕੋਈ ਸੰਸਾਰੀ ਜੀਵ, ਕੋਈ ਪ੍ਰਾਣੀ, ਕੋਈ ਮਨੁੱਖ ਆਪਣੇ ਮਨ ਦੇ ਤਾਈਂ ਪਦਾਰਥਾਂ ਦੇ ਬਾਰੇ ਵਿਚਾਰ ਰਚ ਲੈਂਦਾ ਹੈ, ਤੇ ਫਿਰ ਉਹ ਸਾਰਾ ਕੁਝ ਉਹਦਾ ਬਣਾਇਆ ਹੋਇਆ ਮਨ ਵਿੱਚ ਜਿਹੜਾ ਲਿਆ ਹੋਇਆ ਸੰਕਲਪ ਹੁੰਦਾ ਹੈ, ਉਹ ਸੁਪਨੇ ਦੀ ਨਿਆਈ ਉਹਦੇ ਤਾਈਂ ਸੱਚਾ ਜਾਪਦਾ ਹੈ। ਪੈ ਕੋ ਪਾਏ ਉਠੇ ਬਰੜਾਏ, ਤ੍ਰੈ ਸੰਗਮ ਤੇ ਰੇਤ ਮੁਚਾਏ। ਪਰ ਜਦੋਂ ਉਹ ਸੁਪਨੇ ਦੇ ਵਿੱਚ ਉੱਠਦਾ ਹੈ, ਬਰੜਾਉਂਦਾ ਹੈ ਅਚਨਚੇਤ, ਹੁਣ ਉਹਦੇ ਤਾਈਂ ਜਿਹੜਾ ਉਹ ਹੁੰਦਾ ਤੇ ਸੁਪਨਾ ਹੀ ਹੈ, ਉਹ ਹੈ ਤੇ ਇੱਕ ਛਲ ਰੂਪ ਹੀ ਸਾਰੀ ਗੱਲ, ਪਰ ਉਹਨੂੰ ਛਲ ਰੂਪ ਜਿਹੜਾ ਸੁਪਨਾ ਉਹ ਸੱਚ ਲੱਗਦਾ ਹੈ, ਤੇ ਜਿਹਦੇ ਕਰਕੇ ਉਹ ਬਰੜਾ ਕੇ ਉੱਠਦਾ ਹੈ, ਪਰ ਹੁੰਦਾ ਕੀ ਹੈ, ਉਹ ਸੁਪਨਾ ਹੀ ਹੁੰਦਾ ਹੈ। ਬਸ ਹੈ ਕਹੂੰ ਕਬ ਰੋਦਨ ਪੁਕਾਰੈ, ਕਬਹੂ ਬਖਾਦ ਅਦਕ ਉਰ ਧਾਰੈ। ਆ ਤੇ ਸੁਪਨੇ ਦੇ ਵਿੱਚ ਕਿਤੇ ਤੇ ਹੱਸਣ ਲੱਗ ਜਾਂਦਾ ਹੈ, ਤੇ ਜੇ ਕੋਈ ਹੁਣ ਮਾੜਾ ਕੋਈ ਸੁਪਨੇ ਦੇ ਵਿੱਚ ਦ੍ਰਿਸ਼ ਦੇਖ ਲਵੇ ਤੇ ਰੋਣ ਲੱਗ ਜਾਂਦਾ ਹੈ। ਹੁਣ ਇਹ ਜਿਹੜਾ ਹੈ ਆਪਣੇ ਤਾਈਂ ਮਨ ਦਾ ਸਰੂਪ ਹੈ, ਪਰ ਇਹ ਹੈ ਕਿਉਂ? ਕਿਉਂਕਿ ਇਹ ਆਪਣੇ ਤਾਈਂ ਹੁਣ ਸਾਰਾ ਕੁਝ ਛਲ ਰੂਪ ਹੈ, ਜਿਹੜਾ ਸੁਪਨਾ ਹੈ ਉਹ ਸੱਚਾ ਨਹੀਂ ਹੁੰਦਾ। ਤੇ ਇਸੇ ਲਈ ਮਹਾਰਾਜ ਜੀ ਨੇ ਬਾਣੀ ਵਿੱਚ ਇਹ ਸੰਸਾਰ ਨੂੰ ਵੀ, ਇਸ ਜੀਵਨ ਦੇ ਵਿੱਚ ਇਹ ਜਿਹੜਾ ਜੀਵਨ ਆ ਸਾਡਾ ਸੰਸਾਰ ਵਿੱਚ, ਇਹ ਸੁਪਨੇ ਦੀ ਨਿਆਈ ਹੈ। ਜੀਵਨ ਸੁਪਨ ਸਮਾਨੰ, ਜਿਵੇਂ ਰਾਤ ਦੇ ਵਿਸ਼ਰਾਮ ਸਮੇਂ ਅਸੀਂ ਸੁਪਨਾ ਦੇਖਦੇ ਹਾਂ, ਇਸੇ ਤਰ੍ਹਾਂ ਹੀ ਇਹ ਜੀਵਨ ਹੈ, ਇਹ ਜਗਤ ਦੀ ਰਚਨਾ ਹੈ। ਇਸੇ ਲਈ ਸਤਿਗੁਰੂ ਜੀ ਨੇ ਸਾਨੂੰ ਬਾਣੀ ਵਿੱਚ ਬਾਰੰਬਾਰ ਪ੍ਰੇਰਨਾ ਕੀਤੀ ਹੈ ਕਿ ਇਹ ਜਗ ਧੂਏ ਕਾ ਧਵਲ ਹਰ, ਵੀ ਇਹ ਤੇ ਜਿਹੜਾ ਸੰਸਾਰ ਹੈ ਆਪਣੇ ਤਾਂ ਹੀ ਧੂਏ ਦੇ ਬੱਦਲ ਵਰਗਾ ਹੈ, ਇਹ ਸੱਚਾ ਨਹੀਂ ਹੈ, ਇਹ ਨਾਸ਼ਵੰਤ ਹੈ। ਜਿਵੇਂ ਸੁਪਨਾ ਸੱਚਾ ਨਹੀਂ ਹੁੰਦਾ, ਉਹ ਝੂਠਾ ਹੁੰਦਾ, ਨਾਸ਼ਵੰਤ ਹੁੰਦਾ, ਪਰ ਸਾਨੂੰ ਉਹ ਸਾਡੇ ਮਨ ਦੇ ਹੁਣ ਬਣਾਏ ਹੋਏ, ਦਿਨ ਦੇ ਸਮੇਂ ਲਏ ਹੋਏ ਸੰਕਲਪਾਂ ਕਰਕੇ ਸਾਰੀ ਗੱਲ ਸੱਚੀ ਲੱਗਦੀ ਹੈ। ਇਸੇ ਤਰ੍ਹਾਂ ਹੀ ਫਿਰ ਉਹ ਸੱਚੀ ਜਿਹੜੀ ਗੱਲ ਹੈ, ਜੇ ਤੇ ਉਹਦੇ ਹਿੱਤ ਵਿੱਚ ਹੋਵੇ ਤਾਂ ਹੱਸਣ ਲੱਗ ਜਾਂਦਾ ਜੀਵ, ਜੇਕਰ ਉਹਦੇ ਹਿੱਤ ਵਿੱਚ ਨਾ ਹੋਵੇ ਤਾਂ ਉਹ ਦ੍ਰਿਸ਼ ਨੂੰ ਦੇਖ ਕੇ ਰੋਣ ਲੱਗ ਜਾਂਦਾ ਹੈ, ਫਿਰ ਰੁਦਨ ਕਰਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਦੇਵ ਸਮਝਾਉਂਦੇ, ਇਹ ਜਿਹੜਾ ਜੀਵਨ ਹੈ ਇਹ ਸੁਪਨੇ ਦੀ ਨਿਆਈ ਹੈ। ਤੇ ਆਪਾਂ ਬਾਣੀ ਵਿੱਚ ਵੀ ਵਚਨ ਪੜ੍ਹਦੇ ਹਾਂ, ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਪਰ ਉਹ ਜਿਹੜਾ ਮਰਮ ਹੁੰਦਾ, ਜਿਹੜਾ ਭੇਦ ਹੁੰਦਾ, ਉਹ ਕੁਝ ਹੋਰ ਹੁੰਦਾ,
ਪਰ ਜੀਵ ਨੂੰ ਉਹ ਲੱਗਦਾ ਸੁਪਨਾ ਸੱਚ ਹੈ, ਜਿਹਦੇ ਕਰਕੇ ਉਹ ਵਿਰਲਾਪ ਕਰਦਾ ਹੈ। ਤੇ ਸੁਪਨੇ ਦੇ ਵਿੱਚ ਕਈ ਵਾਰ ਜੀਵ ਰੋਣ ਵੀ ਲੱਗ ਜਾਂਦਾ ਹੈ। ਤ੍ਰਿਆ ਸੰਗਮ ਤੇ ਰੁਚ ਮਾਚ, ਤੇ ਜੇਕਰ ਉਹਦੇ ਤਾਂ ਹੀ ਸੁਪਨੇ ਵਿੱਚ ਇਸਤਰੀ ਦਾ ਕੋਈ ਦ੍ਰਿਸ਼ ਦੇਖਣ ਲੱਗ ਜਾਏ ਤੇ ਉਹ ਆਪਣੇ ਸਰੀਰਕ ਕਿਰਿਆ ਤਾਂ ਹੀ ਵੀ ਉਹ ਕਰ ਲੈਂਦਾ ਹੈ। ਜੋ ਸੁਪਨ ਮਹਿ ਜਾਣੇ ਸਾਚੇ, ਸੋਗ ਹਰਖ ਤੋ ਤਿਹ ਛਿਨ ਰਾਚੇ। ਤੇ ਇਉਂ ਫਿਰ ਸੋਗ ਤੇ ਹਰਖ ਦੇ ਵਿੱਚ ਹੁਣ ਜਿਹੜਾ ਜੀਵ ਸੁਪਨਾ ਦੇਖਦਾ, ਜੇ ਤੇ ਉਹਦੇ ਹਿੱਤ ਵਿੱਚ ਗੱਲ ਹੋਵੇ ਤੇ ਉਹ ਬਹੁਤ ਖੁਸ਼ੀ ਮਹਿਸੂਸ ਕਰਦਾ ਸੁਪਨੇ ਵਿੱਚ ਹੀ, ਤੇ ਜੇਕਰ ਉਹਦੇ ਗੱਲ ਹਿੱਤ ਵਿੱਚ ਨਾ ਹੋਵੇ ਤੇ ਬਹੁਤ ਸ਼ੋਕ ਦੀ ਲਹਿਰ ਵਿੱਚ ਡੁੱਬ ਜਾਂਦਾ ਹੈ। ਜੇਕਰ ਕੂਰ ਲਖੈ ਹੋ ਤਬੈ, ਸੁਪਨ ਕਿਰਿਆ ਇਹ ਹੋਏ ਨ ਸਭੈ। ਤੇ ਜੇਕਰ ਮਨੁੱਖ ਉਸ ਵੇਲੇ ਇਸ ਗੱਲ ਨੂੰ ਝੂਠੀ ਮੰਨ ਲਵੇ ਤਾਂ ਫਿਰ ਉਹ ਕੇਵਲ ਸੁਪਨੇ ਦੀ ਕਿਰਿਆ ਹੀ ਜਾਣਦਾ ਹੈ। ਫਿਰ ਉਹ ਨਾ ਰੋਂਦਾ ਹੈ, ਨਾ ਹੱਸਦਾ ਹੈ, ਨਾ ਉਹਦੇ ਤਾਂ ਕਿਸੇ ਗੱਲ ਦਾ ਕੋਈ ਪਛਤਾਤਾਪ ਹੁੰਦਾ ਹੈ। ਜਿਮ ਬਾਜੀਗਰ ਆਪਣੀ ਮਾਇਆ, ਮਿਥਿਆ ਲਖ ਸੋਗ ਨਾ ਹਰਖਾਇਆ। ਫਿਰ ਉਹਦੇ ਤਾਂ ਇਹ ਸਾਰੀ ਗੱਲ ਇਉਂ ਲੱਗਦੀ ਹੈ ਜਿਵੇਂ ਬਾਜੀਗਰ ਹੁਣ ਸਵਾਂਗ ਰਚਾਉਂਦਾ ਖੇਡ ਖੇਡਣ ਤੋਂ ਪਹਿਲਾਂ, ਤੇ ਉਹ ਜਿਹੜਾ ਬਾਜੀਗਰ ਹੁੰਦਾ ਜਿਹਨੇ ਸਵਾਂਗ ਰਚਾਇਆ ਹੁੰਦਾ, ਨਾ ਤੇ ਉਹਨੂੰ ਕੋਈ ਖੁਸ਼ੀ ਹੁੰਦੀ ਹੈ ਨਾ ਗਮੀ ਹੁੰਦੀ ਹੈ। ਕਿਉਂਕਿ ਉਹਨੇ ਤੇ ਆਪਣੇ ਤਾਂ ਜਿਹੜੀ ਆਪਣੀ ਕਲਾ ਹੈ ਉਹਦਾ ਪ੍ਰਗਟਾਵਾ ਕਰਨਾ ਹੁੰਦਾ ਸਾਹਮਣੇ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਸਮਕਸ਼। ਤੇ ਉਹ ਫਿਰ ਜਿਹੜੇ ਸਾਹਮਣੇ ਵਾਲੇ ਲੋਕ ਹੈ ਉਹ ਬਾਜੀਗਰ ਦੀ ਬਾਜੀ ਦੇ ਕਰਤੱਵ ਨੂੰ ਦੇਖ ਕੇ ਖੁਸ਼ ਹੁੰਦੇ ਹੈ, ਪਰ ਬਾਜੀਗਰ ਨੂੰ ਨਾ ਉਸ ਵੇਲੇ ਖੁਸ਼ੀ ਹੁੰਦੀ ਹੈ ਨਾ ਉਹਦੇ ਤਾਂ ਕੋਈ ਗਮੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਜੀਵ ਸੁਪਨੇ ਦੀ ਨਿਆਈ ਜੀਵਨ ਨੂੰ ਜਾਣਦੇ ਆ ਉਹ ਫਿਰ ਸੰਸਾਰੀ ਦੁੱਖ ਸਮੇਂ ਨਾ ਦੁਖੀ ਹੁੰਦੇ ਆ ਤੇ ਨਾ ਸੁੱਖ ਸਮੇਂ ਉਹ ਬਹੁਤੇ ਖੁਸ਼ੀ ਦੇ ਵਿੱਚ ਫੂਲੇ ਨਹੀਂ ਸਮਾਉਂਦੇ। ਉਹਨਾਂ ਦਾ ਜਿਹੜਾ ਜੀਵਨ ਹੈ ਸਮ ਬਿਰਤੀ ਦੇ ਸਹਿਤ ਹੋਇਆ ਕਰਦਾ ਹੈ। ਜਬ ਸੁਪਨਾ ਇਸ ਕੋ ਮਿਟ ਜਾਵੇ, ਝੂਠੋ ਲਖੈ ਨ ਪੁੰਨ ਬਿਰਮਾਵੇ। ਅਤੇ ਜਦੋਂ ਸੁਪਨਾ ਖਤਮ ਹੋ ਜਾਂਦਾ ਤੇ ਜਿਹੜਾ ਸਿਆਣਾ ਮਨੁੱਖ ਹੈ ਉਹ ਫਿਰ ਸੁਪਨੇ ਨੂੰ ਝੂਠਾ ਜਾਣਦਾ ਤੇ ਉਹ ਕਿਸੇ ਭਰਮ ਦੇ ਵਿੱਚ ਕਿਸੇ ਭੁਲੇਖੇ ਵਿੱਚ ਨਹੀਂ ਪੈਂਦਾ। ਦੇਖਿਓ ਕਿਹਰੀ ਸੁਪਨੇ ਮਾਹੀ, ਜਾਗੇ ਤੇ ਭਾਗੈ ਕਿਤ ਨਾਹੀ। ਤੇ ਜਿਵੇਂ ਕੋਈ ਸੁਪਨੇ ਦੇ ਵਿੱਚ ਸ਼ੇਰ ਵੇਖ ਲੈਂਦਾ ਹੈ ਤੇ ਉਹ ਐਂ ਥੋੜ੍ਹੀ ਹੈ ਵੀ ਉੱਠਣ ਸਾਰ ਉਹ ਭੱਜ ਪੈਂਦਾ, ਕਿਉਂਕਿ ਜਦੋਂ ਬੰਦਾ ਸੁਪਨੇ ਵਿੱਚ ਸ਼ੇਰ ਦੀ ਮੂਰਤ ਦੇਖਦਾ ਤੇ ਅੱਖਾਂ ਖੋਲ੍ਹਦਾ ਤੇ ਵੇਖਦਾ ਵੀ ਮੈਂ ਤਾਂ ਉਸੇ ਆਪਣੇ ਆਸਣ ਤੇ ਪਿਆ ਹੋਇਆ, ਮੇਰੇ ਤੇ ਦਰਵਾਜ਼ੇ ਦੀ ਵੀ ਅੰਦਰੋਂ ਕੁੰਡੀ ਲੱਗੀ ਹੋਈ ਹੈ, ਫਿਰ ਉਹ ਦੌੜਦਾ ਨਹੀਂ। ਉਹਦੇ ਅੱਖਾਂ ਖੁੱਲ੍ਹਣ ਸਾਰ ਉਹ ਸੁਪਨੇ ਦੇ ਵਿੱਚ ਦੇਖਿਆ ਹੋਇਆ ਸ਼ੇਰ ਨਾਲੋਂ ਨਾਲ ਹੀ ਸਮਾਪਤ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਸੁਪਨ ਸਮਗਰੀ ਸਕਲੀ ਲਖ ਇਮ, ਹਰਖ ਸ਼ੋਕ ਕੋ ਕਰਹਿ ਨ ਔਰ ਕਿਮ। ਇਸੇ ਤਰ੍ਹਾਂ ਜਿਹੜੇ ਸਿਆਣੇ ਸੂਝਵਾਨ ਮਨੁੱਖ ਹੁੰਦੇ ਆ ਨਾ ਉਹ ਫਿਰ ਸੰਸਾਰ ਦੀ ਜਿਹੜੀ ਝੂਠੀ ਸਮੱਗਰੀ ਹੈ ਇਹਨੂੰ ਵੇਖ ਕੇ ਨਾ ਖੁਸ਼ ਹੁੰਦੇ ਆ ਤੇ ਨਾ ਇਹਦੇ ਤੋਂ ਦੁਖੀ ਹੁੰਦੇ ਆ। ਉਹ ਤੇ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਉਹ ਤੇ ਫਿਰ ਨਿਰਾਸ਼ ਰਹਿੰਦੇ, ਉਪਰਾਮ ਰਹਿੰਦੇ ਹਨ। ਤਿਸੇ ਰੀਤ ਜਾਵਦ ਅਗਿਆਨਾ, ਜਗਤ ਸਾਚ ਜਨਤ ਵਿਦ ਨਾਨਾ। ਉਸੇ ਤਰ੍ਹਾਂ ਜਿੰਨੀ ਦੇਰ ਮਨੁੱਖ ਅਗਿਆਨੀ ਹੁੰਦਾ ਤੇ ਉਸ ਨੂੰ ਸੰਸਾਰ ਕਈ ਪ੍ਰਕਾਰ ਦਾ ਫਿਰ ਸੱਚ ਲੱਗਦਾ ਹੈ ਤੇ ਮਨ ਨੂੰ ਪਿਆਰੀਆਂ ਲੱਗਣ ਵਾਲੀਆਂ ਵਸਤੂਆਂ ਵੀ ਫਿਰ ਮਨ ਨੂੰ ਬਹੁਤ ਹੀ ਸੱਚੀਆਂ ਤੇ ਸਦੀਵ ਰਹਿਣ ਵਾਲੀਆਂ ਲੱਗਦੀਆਂ ਨੇ। ਪ੍ਰਾਪਤ ਇਸ਼ਟ ਹਰਖ ਉਰ ਭਾਰੈ, ਹੋਤ ਅਨਿਸ਼ਟ ਸ਼ੋਕ ਕਰ ਭਾਰੈ। ਤੇ ਜਦੋਂ ਕੋਈ ਸੰਸਾਰੀ ਵਸਤੂ ਮਿਲ ਜਾਂਦੀ ਹੈ ਅਗਿਆਨੀ ਮਨੁੱਖ ਨੂੰ ਤੇ ਖੁਸ਼ ਹੋ ਜਾਂਦਾ, ਪਰ ਜਦੋਂ ਸੰਸਾਰੀ ਵਸਤੂ ਕੋਈ ਚਲੀ ਜਾਂਦੀ ਹੈ ਫਿਰ ਦੁਖੀ ਹੁੰਦਾ। ਜਿਵੇਂ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਕਿ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ। ਫਿਰ ਰੋਂਦਾ ਹੈ। ਪਰ ਜਿਹੜਾ ਹੁਣ ਬ੍ਰਹਮ ਅਵਸਥਾ ਦਾ ਮਾਲਕ ਹੈ ਉਹ ਫਿਰ ਝੂਠੀ ਮਾਇਆ ਨੂੰ ਪਾ ਕੇ ਨਾ ਖੁਸ਼ ਹੁੰਦਾ ਤੇ ਨਾ ਇਹਦੇ ਤੋਂ ਦੁਖੀ ਹੁੰਦਾ ਹੈ, ਕਿਉਂਕਿ ਉਹ ਤੇ ਇੱਕ ਰਸ ਜੀਵਨ ਜਿਉਂਦਾ ਹੈ। ਰਾਗ ਦਵੈਸ਼ ਭੈ ਆਦਿਕ ਜਈ, ਇਨਕੋ ਧਰਤ ਅਨਕ ਦੁਖ ਖੇਈ। ਤੇ ਫਿਰ ਜਿਹੜਾ ਮਾਇਕ ਬੰਧਨਾਂ ਵਿੱਚ ਜੀਵ ਜੀਵਨ ਜਿਉਂਦਾ ਉਹ ਕਿਤੇ ਕ੍ਰੋਧ ਵਿੱਚ ਹੁੰਦਾ, ਕਿਤੇ ਈਰਖਾ ਵਿੱਚ, ਕਿਤੇ ਡਰ ਵਿੱਚ, ਤੇ ਇਹਨਾਂ ਨੂੰ ਆਪਣੇ ਮਨ ਤਾਈਂ ਉਹ ਧਾਰਨ ਕੇ ਰੱਖਦਾ, ਜਿਹਦੇ ਕਰਕੇ ਉਹ ਇਹਨਾਂ ਵਿਕਾਰਾਂ ਕਰਕੇ
ਬਹੁਤਾ ਮਨ ਕਰਕੇ ਵੀ ਤੇ ਤਨ ਕਰਕੇ ਦੁਖੀ ਰਹਿੰਦਾ ਹੈ। ਵੱਡੇ ਭਾਗ ਤੇ ਸਤਿਗੁਰ ਪਾਏ, ਮਿਟ ਹੈ ਕਲੇਸ਼ ਸੋ ਲੇਤ ਬਚਾਏ। ਤੇ ਜਦੋਂ ਵੱਡੇ ਭਾਗਾਂ ਦੇ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਪੂਰਾ ਗੁਰੂ ਕੀ ਕਰਦਾ ਹੈ? ਕਰ ਮਸਤਕ ਹੱਥ ਧਾਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਫਿਰ ਪੂਰਾ ਗੁਰੂ ਆਪਣੀ ਬਖਸ਼ਿਸ਼ ਦਾ ਹੱਥ ਮੱਥੇ ਤੇ ਰੱਖ ਕੇ ਨਾ ਜਗਿਆਸੂ ਦੇ ਇਹ ਜਿਹੜੀਆਂ ਬੁਰਾਈਆਂ ਨੇ ਉਹ ਮਾਰ ਕੇ ਵਿੱਚੋਂ ਕੱਢ ਦਿੰਦਾ ਤੇ ਬਚਾ ਲੈਂਦਾ ਹੈ। ਜਿਮ ਸੁਪਨੇ ਮਹਿ ਸ਼ੇਰ ਕਰਾਲ, ਦੇਖਤ ਉਪਜਿਓ ਤਰਾਸ ਵਿਸਾਲ। ਜਿਵੇਂ ਕਿਸੇ ਬੰਦੇ ਨੂੰ ਸੁਪਨੇ ਵਿੱਚ ਭਿਆਨਕ ਸ਼ੇਰ ਦਾ ਦ੍ਰਿਸ਼ ਨਜ਼ਰ ਪਿਆ ਤੇ ਬਹੁਤ ਉਹਦੇ ਤਾਂ ਹੀ ਡਰ ਲੱਗਿਆ ਤੇ ਹੁਣ ਭੱਜਿਆ ਵੀ ਨਹੀਂ ਜਾਂਦਾ। ਭਾਗਿਓ ਜਾਏ ਨਾ ਗਿਰ ਗਿਰ ਜਾਵੇ, ਹੋਤ ਅਸ਼ਕ ਡਰੇ ਬਰੜਾਵੇ। ਤੇ ਉਹ ਡਰਦਾ ਹੈ, ਫਿਰ ਬੜੜਾਉਂਦਾ ਹੈ ਤੇ ਫਿਰ ਕਮਜ਼ੋਰ ਹੁੰਦਾ ਮਨੁੱਖ ਤੇ ਆਪਣੇ ਤਾਂ ਹੀ ਉੱਠ ਕੇ ਹੁਣ ਦੌੜਦਾ ਹੈ ਵੀ ਕਿਤੇ ਮੈਨੂੰ ਸ਼ੇਰ ਖਾ ਹੀ ਨਾ ਜਾਵੇ। ਪਰ ਹੁੰਦਾ ਕੀ ਉਹ ਸੁਪਨਾ ਹੀ ਹੁੰਦਾ ਹੈ। ਹੁਣ ਨਾ ਉੱਥੇ ਕੋਈ ਸ਼ੇਰ ਹੁੰਦਾ, ਨਾ ਉੱਥੇ ਉਹਦੇ ਤਾਂ ਹੀ ਕੋਈ ਕਿਸੇ ਪ੍ਰਕਾਰ ਦਾ ਕੋਈ ਖਤਰਾ ਹੀ ਹੁੰਦਾ। ਪਰ ਉਹ ਬੰਦਾ ਸੁਪਨੇ ਵਿੱਚ ਸ਼ੇਰ ਦੀ ਮੂਰਤ ਵੇਖ ਕੇ ਘਬਰਾ ਜਾਂਦਾ, ਆਪਣਾ ਆਪਾ ਖੋ ਬੈਠਦਾ। ਫਿਰ ਉਹ ਦੌੜਦਾ ਤੇ ਦੌੜਦਾ ਹੋਇਆ ਫਿਰ ਆਪਣੇ ਤਾਂ ਹੀ ਕੋਈ ਸਰੀਰਕ ਹੋਰ ਜੋਖਮ ਵਿੱਚ ਪੈ ਜਾਂਦਾ ਹੈ। ਇਤਨੇ ਮਹਿ ਜਾਗਰਤ ਨਰ ਆਇਓ, ਦੁਖਤ ਜਾਨ ਕੈ ਪਕਰ ਜਗਾਇਓ। ਆ ਤੇ ਜਦੋਂ ਹੁਣ ਕਿਸੇ ਦੇ ਤਾਂ ਹੀ ਪਤਾ ਲੱਗਦਾ ਹੈ ਵੀ ਇਹ ਬੰਦਾ ਕਿਉਂ ਬਰਡਾ ਰਿਹਾ, ਨਾਲ ਦਾ ਕੋਈ ਸੰਗੀ ਸਾਥੀ ਫਿਰ ਉਹਨੂੰ ਫਿਰ ਹਲੂਣਾ ਦੇ ਦਿੰਦਾ, ਫਿਰ ਉਹਨੂੰ ਦੁਖੀ ਜਾਣ ਕੇ ਤੇ ਐਨੇ ਨੂੰ ਉਹਦੀ ਜਾਹ ਖੁੱਲ ਜਾਂਦੀ ਹੈ। ਤਰਾਸਤ ਜਾਨ ਤਿਮ ਸਤਿਗੁਰ ਦੇਖੈ, ਉਪਦੇਸ਼ ਹੈ ਸੁਖ ਦੇਤ ਵਿਸ਼ੇਖੈ। ਆ ਤੇ ਇਸੇ ਤਰ੍ਹਾਂ ਹੀ ਹੁਣ ਵਿਕਾਰਾਂ ਦੇ ਬੰਧਨ ਦੇ ਵਿੱਚ ਫਸੇ ਹੋਏ ਜਦੋਂ ਜੀਵ ਨੂੰ ਪੂਰਾ ਸਤਿਗੁਰੂ ਵੇਖਦਾ ਤੇ ਮਹਾਰਾਜ ਫਿਰ ਉਹਨੂੰ ਸੱਚ ਦਾ ਉਪਦੇਸ਼ ਦੇ ਕੇ ਜੀਵਨ ਦੀ ਮੁਕਤੀ ਦਿੰਦੇ ਆ। ਹੁਣ ਜਿਵੇਂ ਕੋਈ ਸਾਡੇ ਨਾਲ ਪਏ ਬੰਦੇ ਦੇ ਤਾਂ ਹੀ ਸੁਪਨਾ ਆਉਣ ਲੱਗ ਜਾਏ, ਸੁਪਨੇ ਵਿੱਚ ਬਰੜਾਉਣ ਲੱਗ ਜਾਏ ਤੇ ਆਪਾਂ ਹਲੂਣਾ ਦੇ ਦਈਏ ਤੇ ਫਿਰ ਕੀ ਹੁੰਦਾ, ਉਹਦੀ ਜਾਹ ਖੁੱਲ੍ਹ ਜਾਂਦੀ ਹੈ। ਤੇ ਉਹ ਬੰਦੇ ਨੂੰ ਪੁੱਛੀਏ ਵੀ ਆ ਤੂੰ ਕੀ ਕਰ ਰਿਹਾ ਸੀ, ਸੁਪਨੇ ਵਿੱਚ ਹੱਸ ਕਿਉਂ ਰਿਹਾ ਸੀ ਜਾਂ ਰੋ ਕਿਉਂ ਰਿਹਾ ਸੀ? ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਉਹਨੂੰ ਪਤਾ ਕਿਉਂ ਨਹੀਂ ਲੱਗਦਾ? ਕਿਉਂਕਿ ਉਹਦੇ ਤਾਂ ਹੀ ਉਸ ਵੇਲੇ ਆਪਣੇ ਤਾਂ ਹੀ ਪਤਾ ਹੀ ਨਹੀਂ ਹੁੰਦਾ, ਉਹ ਸਾਰੀ ਕਿਰਿਆ ਸੁਪਨੇ ਵਿੱਚ ਹੋ ਰਹੀ ਹੁੰਦੀ ਹੈ। ਪਰ ਜਦੋਂ ਉਹਨੂੰ ਕੋਈ ਹਲੂਣਾ ਦੇ ਦਿੰਦਾ ਉਹਦੀ ਜਾਹ ਖੁੱਲ੍ਹ ਜਾਂਦੀ ਹੈ, ਉਹ ਹੱਸਣਾ ਜਾਂ ਰੋਣਾ ਬੰਦ ਕਰ ਦਿੰਦਾ। ਇਸੇ ਤਰ੍ਹਾਂ ਪੂਰਾ ਸਤਿਗੁਰੂ ਹੈ। ਜਦੋਂ ਪੂਰਾ ਸਤਿਗੁਰੂ ਗਿਆਨ ਦੀ ਕਸੌਟੀ ਲਾ ਦਿੰਦਾ ਹੈ ਤੇ ਫਿਰ ਜਿਹੜੀ ਅਗਿਆਨਤਾ ਦੀ ਪਰਤ ਹੈ ਸਾਡੇ ਜੀਵਨ ਵਿੱਚ ਹਿਰਦੇ ਦੇ ਤਾਈਂ ਚੜ੍ਹੀ ਹੋਈ, ਉਹ ਅਗਿਆਨਤਾ ਦੀ ਪਰਤ ਦਾ ਸਮਾਪਨ ਹੁੰਦਾ ਤੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਤੇ ਜਿਹਦੇ ਕਰਕੇ ਜੀਵ ਦਾ ਜੀਵਨ ਆਨੰਦ ਦੇ ਸਹਿਤ ਬਣ ਜਾਂਦਾ ਹੈ। ਜਨਮ ਮਰਨ ਦਵੈ ਤੁਝ ਮਹਿ ਨਾਹੀ, ਭੂਖਨ ਤ੍ਰਿਖਾ ਨ ਤੁਹ ਮਾਹੀ। ਤੇ ਸਤਿਗੁਰੂ ਦੇਵ ਸਮਝਾਉਂਦੇ ਇਹ ਜੋਗੀ ਰਾਜ, ਤੇਰੇ ਵਿੱਚ ਨਾ ਭੁੱਖ ਹੈ, ਨਾ ਪਿਆਸ ਹੈ, ਨਾ ਤੇਰਾ ਜਨਮ ਹੈ, ਨਾ ਤੇਰੀ ਮੌਤ ਹੈ। ਕਿਉਂਕਿ ਇਹ ਤਾਂ ਹੁਣ ਸਾਰੀ ਗੱਲ ਸਰੀਰਕ ਤੌਰ 'ਤੇ ਹੈ ਨਾ। ਹੁਣ ਉਂਝ ਤਾਂ ਮੂਲ ਰੂਪ ਵਿੱਚ ਅਸੀਂ ਬ੍ਰਹਮ ਸਰੂਪ ਹਾਂ, ਪਰ ਉਹ ਬ੍ਰਹਮ ਸਰੂਪ ਜਿਹੜਾ ਸਾਡਾ ਸੀ ਉਹਦੇ ਤੱਕ ਕਿਤੇ ਪਹੁੰਚਣ ਦਾ ਯਤਨ ਹੀ ਨਹੀਂ ਕੀਤਾ, ਜਿਹਦੇ ਬਾਬਤ ਭਗਤ ਜੀ ਨੇ ਬਾਣੀ ਵਿੱਚ ਬੜੇ ਹੀ ਪਿਆਰੇ ਸ਼ਬਦ ਦਰਸਾਉਣਾ ਕੀਤੇ ਹੈ ਕਿ ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਹੁਣ ਜਿਹੜੇ ਇੱਕ ਸ਼ਬਦ ਨਾਲ ਜੁੜ ਜਾਂਦੇ ਆ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤੈ, ਸਤਿਗੁਰ ਹੋਏ ਲਿਖਾਵੈ। ਫਿਰ ਇਹ ਗੱਲ ਸਤਿਗੁਰੂ ਲਿਖਾਉਂਦਾ ਹੈ। ਲਿਖਾਉਣ ਦਾ ਭਾਵ ਹੈ ਵੀ ਜਨਾ ਦਿੰਦਾ। ਜਿਵੇਂ ਆਪਾਂ ਰੋਜ਼ ਬਾਣੀ 'ਚ ਪੜ੍ਹਦੇ ਹਾਂ, ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣੈ, ਹਰ ਗੁਣ ਸਾਧੀ ਆਖ ਵਖਾਣ। ਫਿਰ ਉਹ ਸਦਾ ਹੀ ਜਗਿਆਸੂ ਉਸ ਵਾਹਿਗੁਰੂ ਦੇ ਸਮਗਰ ਗੁਣਾਂ ਨੂੰ ਆਖਦਾ। ਤੇ ਉਹੀ ਗੱਲ ਇੱਥੇ ਮਹਾਰਾਜ ਜੋਗੀ ਨੂੰ ਸਮਝਾਉਂਦੇ, ਜੋਗੀ ਰਾਜ ਨਾ ਤੈਨੂੰ ਭੁੱਖ ਲੱਗਦੀ ਹੈ, ਨਾ ਤੇਰੇ ਤਾਈਂ ਤੂੰ ਕੋਈ ਸਰੀਰਕ ਕਿਰਿਆ ਕਰਦਾ, ਨਾ ਤੇਰਾ ਜਨਮ ਹੈ, ਨਾ ਤੇਰੀ ਮੌਤ ਹੈ। ਕਿਉਂਕਿ ਇਹ ਸਾਰੀ ਜਿਹੜੀ ਗੱਲਬਾਤ ਹੈ ਇਹ ਤੇਰੇ ਭੇਦ ਤੋਂ ਭਰਲੀ ਹੈ। ਹਰਖ ਸ਼ੋਕ ਕੋ ਲੇਸ਼ ਨਾ ਤੋ ਮੈਂ, ਇਨ ਤੇ ਪਰੇ ਰੂਪ ਲਖ ਸੋ ਮੈਂ। ਹਾਂ, ਤੇਰਾ ਜਿਹੜਾ ਸਰੂਪ ਆ ਉਹ ਖੁਸ਼ੀ ਗਮੀ ਤੋਂ ਪਰਲਾ ਹੈ, ਦੁੱਖ ਸੁੱਖ ਤੋਂ ਪਰਲਾ ਹੈ, ਜੰਮਣ ਮਰਨ ਤੋਂ ਬਾਹਰੀ ਸਰੂਪ ਹੈ ਤੇਰਾ। ਉਹ ਸਾਡਾ ਜਿਹੜਾ ਸਰੂਪ ਆ ਬ੍ਰਹਮ ਸਰੂਪ ਹੈ। ਤੇ ਜਦੋਂ ਅਸੀਂ ਬ੍ਰਹਮ ਸਰੂਪ ਦੇ ਤਾਈਂ ਆਪਣੇ ਆਪ ਨੂੰ ਹਾਸਲ ਹੋ ਜਾਵਾਂਗੇ ਤਾਂ ਫਿਰ ਸਾਡੇ ਤਾਈਂ ਆ ਜਿਹੜਾ ਸਰੀਰ ਕਰਕੇ ਦੁੱਖ ਸੁੱਖ ਹੈ, ਭੁੱਖ ਨੀਂਦ ਹੈ, ਇਹ ਸਾਰੀ ਗੱਲ ਇੱਕ ਸਰੀਰਕ ਕਿਰਿਆ ਤੱਕ ਹੀ ਸੀਮਤ ਰਹਿ ਜਾਏਗੀ। ਫਿਰ ਮੂਲ ਰੂਪ ਦੇ ਵਿੱਚ ਜਿਹੜਾ ਸਾਡਾ ਆਪਾ ਆਪਣਾ ਆਪਾ ਹੈ, ਫਿਰ ਉਹਦਾ ਜਗਿਆਸੂ ਨੂੰ ਗੁਰੂ ਬੋਧ ਕਰਵਾ ਦਿੰਦਾ। ਜਦੋਂ ਉਹ ਬੋਧ ਹੋ ਜਾਂਦਾ ਹੈ
ਫਿਰ ਆਪਣੇ ਤਾਈਂ ਅਗਿਆਸੂ ਦੀ ਦਸ਼ਾ ਬਣ ਜਾਂਦੀ ਹੈ। ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, कोई ना सका पिछानी। तू तू करता तू हुआ, मुझ में रहा ना हूँ, जब आपा पर का मिट गया, जत देखो तत तू। फिर जिधर किधर भी वेखीदा ना, फिर वो वाहिगुरू जी का ही स्वरूप जिहड़ा ब्रह्म स्वरूप है ਉਹੀ ਨਜ਼ਰ ਜਗਿਆਸੂ ਨੂੰ ਪੈਂਦਾ ਹੈ। ਇਤਿਆਦਿਕ ਜਬ ਦੇ ਉਪਦੇਸ਼, ਹਿਰਦੈ ਹਾਨ ਅਗਿਆਨ ਅਸ਼ੇਸ਼। ਜਦੋਂ ਸਤਿਗੁਰੂ ਜੀ ਨੇ ਇਸ ਪ੍ਰਕਾਰ ਉਪਦੇਸ਼ ਦ੍ਰਿੜ ਕਰਵਾਏ ਤੇ ਮਨ ਦੀ ਸਾਰੀ ਗਿਆਨਤਾ ਦਾ ਫਿਰ ਜਗਿਆਸੂ ਜੀਵ ਦੇ ਜੀਵਨ ਵਿੱਚੋਂ ਨਾਸ਼ ਹੋ ਜਾਂਦਾ ਹੈ। ਤਬ ਇਹ ਜਗਤ ਝੂਠ ਮਾਨੈ, ਤਿਸ ਪਰ ਸ੍ਰੀ ਗੁਰ ਸ਼ਬਦ ਬਖਾਨੈ। ਫਿਰ ਉਹ ਜਿਹੜਾ ਉੱਤਮ ਜਗਿਆਸੂ ਹੈ ਫਿਰ ਉਹ ਸੰਸਾਰ ਨੂੰ ਝੂਠਾ ਜਾਣਦਾ ਹੈ, ਫਿਰ ਇਹਦੇ ਤਾਈਂ ਉਹ ਸੱਚਾ ਨਹੀਂ ਜਾਣਦਾ, ਤੇ ਸਾਡੇ ਤਾਈਂ ਇਹ ਸਾਰਾ ਕੁਝ ਸੱਚਾ ਹੀ ਲੱਗ ਰਿਹਾ, ਜਿਹਦੇ ਕਾਰਨ ਕਰਕੇ ਜਦੋਂ ਸਾਨੂੰ ਕੁਝ ਸੰਸਾਰੀ ਤੌਰ ਤੇ ਪ੍ਰਾਪਤ ਹੁੰਦਾ, ਹਾਸਲ ਅਸੀਂ ਕਰਦੇ ਹਾਂ ਤੇ ਬੜੇ ਪ੍ਰਸੰਨ ਹੁੰਦੇ ਹਾਂ। ਜਦੋਂ ਕੋਈ ਸਾਡੇ ਹੱਥੋਂ ਕੋਈ ਮਾਇਕ ਪਦਾਰਥ ਚਲਾ ਜਾਂਦਾ ਤੇ ਭਾਰੀ ਵਿਰਲਾਪ ਕਰਦੇ ਹਾਂ। ਪਰ ਜਿਨ੍ਹਾਂ ਨੂੰ ਫਿਰ ਗੁਰੂ ਦੇਵ ਇਹ ਬ੍ਰਹਮ ਦੀ ਸੋਝੀ ਪ੍ਰਦਾਨ ਕਰ ਦਿੰਦੇ ਆ ਸ਼ਬਦ ਦੁਆਰਾ, ਫਿਰ ਉਹ ਐਸੀ ਅਗਿਆਨਤਾ ਦੇ ਬੰਧਨ ਤੋਂ ਮੁਕਤ ਹੋ ਜਾਂਦੇ ਆ। ਤੇ ਸਤਿਗੁਰ ਦੇ ਫਿਰ ਇਹ ਸਾਰੀ ਗੱਲ ਨੂੰ ਸਮਝਾਉਂਦੇ ਹੋਏ ਦਰਸਾਉਂਦੇ ਹੋਏ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਉਂ ਬਚਨ ਬਾਣੀ ਦਾ ਉਚਾਰਦੇ ਹਨ। ਸੂਹੀ ਮਹੱਲਾ ਪੰਜਵਾਂ, ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਵਿੱਚ ਪੰਚਮ ਪਾਤਸ਼ਾਹ ਦਾ ਸ਼ਬਦ ਹੈ। ਘਰ ਪਹਿਲੇ ਵਿੱਚ ਸਤਿਗੁਰ ਦੇ ਗਾਉਣ ਦੀ ਹਦਾਇਤ ਕਰਦੇ ਹੋਏ ਵਾਹਿਗੁਰੂ ਜੀ ਦੇ ਹੁਣ ਸਰੂਪ ਨੂੰ ਬਿਆਨ ਕਰਦੇ ਆ ਕਿ ਉਹ ਇੱਕ ਹੈ, ਅਦੁੱਤੀ ਹੈ, ਉਹਦਾ ਜਿਹੜਾ ਸਰੂਪ ਆਪਣੇ ਆਪ ਤੋਂ ਹੈ, ਉਹਦਾ ਸਰੂਪ ਸੱਚਾ ਹੈ, ਜਿਹਦੀ ਪ੍ਰਾਪਤੀ ਪੂਰੇ ਗੁਰੂ ਦੀ ਬਖਸ਼ਿਸ਼ ਮਿਹਰਾਮਤ ਦੇ ਨਾਲ ਜਗਿਆਸੂ ਜੀਵ ਦੇ ਜੀਵਨ ਵਿੱਚ ਹੁੰਦੀ ਹੈ। ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਹਿਬ ਕਥਨ ਕਰਦੇ ਬਾਜੀਗਰ ਜੈਸੇ ਬਾਜੀ ਪਾਈ। ਹੁਣ ਬਾਜੀਗਰ ਇੱਕ ਬਿਰਾਦਰੀ ਹੈ ਜਿਨ੍ਹਾਂ ਦਾ ਕਰਤੱਵ ਸੀ ਵੀ ਉਹ ਬਾਜੀ ਪਾਉਂਦੇ ਸੀ, ਉਹ ਮਨੋਰੰਜਨ ਕਰਿਆ ਕਰਦੇ ਸੀ। ਜਿਵੇਂ ਹੁਣ ਤਾਂ ਅਜੋਕੇ ਸਮੇਂ ਵਿੱਚ ਬਹੁਤੇ ਮਨੋਰੰਜਨ ਦੇ ਸਾਧਨ ਹੈ, ਜਿਵੇਂ ਅੱਜ ਤਾਂ ਆਪਾਂ ਟੈਲੀਵਿਜ਼ਨ ਤੇ ਦੇਖਦੇ ਹਾਂ। ਹੁਣ ਤੇ ਟੈਲੀਵਿਜ਼ਨ ਵੀ ਪੁਰਾਣੀ ਗੱਲ ਹੋ ਚੱਲੀ ਹੈ, ਹੁਣ ਤੇ ਬੜੀਆਂ ਬੜੀਆਂ LCDਆਂ ਲੱਗੀਆਂ ਨੇ, ਹੁਣ ਉਹ ਤੋਂ ਵੀ ਗੱਲ ਹਟ ਗਈ। ਹੁਣ ਤੇ ਸਾਡੇ ਹੱਥਾਂ ਵਿੱਚ ਪਕੜੇ ਹੋਏ ਜਿਹੜੇ ਮੋਬਾਈਲ ਹੈ, ਹੁਣ ਇਹ ਸਭ ਤੋਂ ਵੱਡਾ ਸਾਡੇ ਹੱਥ ਵਿੱਚ ਪਕੜਿਆ ਹੋਇਆ ਮਨੋਰੰਜਨ ਦਾ ਸਾਧਨ ਹੈ। ਪਰ ਪਹਿਲਾਂ ਸਮਿਆਂ ਦੇ ਵਿੱਚ ਕੀ ਹੋਇਆ ਕਰਦਾ ਸੀ, ਪਿੰਡਾਂ ਦੇ ਵਿੱਚ, ਸੱਥਾਂ ਦੇ ਵਿੱਚ, ਦਹਾਈਆਂ ਦੇ ਵਿੱਚ ਛਿੰਝ ਲੱਗਿਆ ਕਰਦੀ ਸੀ, ਤੇ ਛਿੰਝਾਂ ਦੇ ਵਿੱਚ ਬਾਜੀਗਰ ਲੋਕ ਆਪਣੀ ਕਲਾ ਦਾ ਪ੍ਰਗਟਾਵਾ ਕਰਦੇ ਸੀ, ਉਹ ਬਾਜੀ ਪਾਉਂਦੇ ਸੀ, ਉਹ ਸਾਈਕਲ ਸਰਕਸ ਕਰਦੇ ਸੀ, ਜਾਂ ਆਪਣੇ ਤਾਈਂ ਉਹ ਕੋਈ ਪੁੱਠੀਆਂ ਸਿੱਧੀਆਂ ਛਾਲਾਂ ਜਾਂ ਕੋਈ ਦੌੜਾਂ ਕਰਦੇ। ਉਹਨਾਂ ਨੂੰ ਵੇਖ ਕੇ ਲੋਕ ਪ੍ਰਸੰਨ ਹੁੰਦੇ ਤੇ ਉਹਨਾਂ ਨੂੰ ਫਿਰ ਉਹ ਉਹਨਾਂ ਦੇ ਜੀਵਨ ਦੇ ਨਿਰਵਾਹ ਲਈ ਕੋਈ ਭੋਜਨ ਵਸਤਰ, ਕੋਈ ਮਾਇਆ, ਕੋਈ ਚਾਰ ਦਮੜੇ ਮਿਲਦੇ, ਤੇ ਇਉਂ ਇਹ ਸਾਧਨ ਹੋਇਆ ਕਰਦੇ। ਤੋ ਸਤਿਗੁਰ ਦੇਵ ਜੀ ਉਸ ਗੱਲ ਵੱਲ ਇਸ਼ਾਰਾ ਕਰਦੇ, ਕਥਨ ਕਰਦੇ ਬਾਜੀਗਰ ਜੈਸੇ ਬਾਜੀ ਪਾਈ। ਜਿਵੇਂ ਬਾਜੀਗਰ ਲੋਕ ਬਾਜੀ ਪਾਉਂਦੇ, ਨਾਨਾ ਰੂਪ ਭੇਖ ਦਿਖਲਾਈ, ਤੇ ਉਹ ਨਾਨਾ ਕਿਸਮ ਦੇ ਕਰਤੱਵ ਕਰਕੇ ਦਿਖਾਉਂਦੇ, ਤੇ ਦੇਖਣ ਵਾਲੇ ਲੋਕ ਬਹੁਤ ਜ਼ਿਆਦਾ ਉਹਨਾਂ ਦੇ ਕਰਤੱਵ ਤੇ ਪ੍ਰਸੰਨ ਹੁੰਦੇ। ਸਾਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਤੇ ਪਰ ਉਹ ਜਿਹੜੇ ਬਾਜੀਗਰ ਬਾਜੀ ਪਾਉਣ ਵਾਲੇ ਹੁੰਦੇ ਸੀ, ਹੁਣ ਉਹ ਆਪਣੇ ਤਾਂ ਹੀ ਵਕਤੀ ਤੌਰ ਤੇ ਉਹ ਸਾਰੀ ਪੁਸ਼ਾਕ ਆਪਣੇ ਤਨ ਤੇ ਪਾਉਂਦੇ, ਤੇ ਉਹ ਵਕਤੀ ਤੌਰ ਤੇ ਸਾਰਾ ਉਹ ਕਰਤੱਵ ਕਰਕੇ ਲੋਕਾਂ ਨੂੰ ਖੁਸ਼ ਕਰਦੇ, ਪ੍ਰਸੰਨ ਕਰਦੇ, ਤੇ ਫਿਰ ਥੋੜ੍ਹੇ ਸਮੇਂ ਬਾਅਦ ਉਹ ਪਹਿਨੀ ਹੋਈ ਤਨ ਤੇ ਪੁਸ਼ਾਕ ਨੂੰ ਉਤਾਰ ਦਿੰਦੇ। ਵੀ ਜਦੋਂ ਉਹਨਾਂ ਦਾ ਪਹਿਰਾਵਾ ਉਤਾਰਦੇ, ਫਿਰ ਉਹ ਮੂਲ ਰੂਪ ਦੇ ਵਿੱਚ ਉਹੀ ਕੋਈ ਸੱਜਣ ਸਿੰਘ, ਕੋਈ ਸੁੱਚਾ ਸਿੰਘ, ਕੋਈ ਬਘੇਲ ਸਿੰਘ, ਕੋਈ ਚੜ੍ਹਤ ਸਿੰਘ, ਫਿਰ ਉਹ ਮੂਲ ਰੂਪ ਵਿੱਚ ਉਹੀ ਹੁੰਦੇ। ਪਰ ਜਦੋਂ ਉਹ ਆਪਣੇ ਤਾਂ ਹੀ ਬਾਜੀ ਪਾਉਂਦੇ, ਉਦੋਂ ਕਿਸੇ ਨੇ ਕਿਹੜਾ ਸਰੂਪ ਬਣਾਇਆ ਹੁੰਦਾ ਸੀ, ਕਿਸੇ ਨੇ ਕਿਹੜਾ ਸਰੂਪ ਬਣਾਇਆ ਹੁੰਦਾ ਸੀ। ਇਸੇ ਤਰ੍ਹਾਂ ਹੀ ਮਹਾਰਾਜ ਕਥਨ ਕਰਦੇ ਹੋ ਇੱਕ ਪਰਮੇਸ਼ਰ ਹੈ, ਵੀ ਇਹ ਸਾਰਾ ਉਸ ਵਾਹਿਗੁਰੂ ਜੀ ਦਾ ਹੀ ਖਿਲਾਰਾ ਹੈ ਜਿਹੜਾ ਉਹਨੇ ਆਪਣੇ ਆਪ ਤੋਂ ਪਸਾਰਿਆ, ਜਿਹਦੇ ਬਾਰੇ ਆਪਾਂ ਬਾਣੀ ਵਿੱਚ ਇਉਂ ਵੀ ਬਚਨ ਪੜ੍ਹਦੇ ਹਾਂ, ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ। ਫਿਰ ਮਹਾਰਾਜ ਕਹਿੰਦੇ ਵੀ ਇਹ ਤਿੰਨੇ ਭਵਨ ਨੇ ਸਾਜੇ ਹੈ। ਜਾਂ ਇਉਂ ਵੀ ਸਤਿਗੁਰ ਦੇਵ ਕਥਨ ਕਰਦੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜਿਆ, ਕਰ ਆਸਨ ਡਿਠੋ ਚਾਓ।
ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਉ, ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਉ। ਫਿਰ ਇਉਂ ਉਹ ਸਾਰਾ ਪਸਾਰਾ ਵਾਹਿਗੁਰੂ ਜੀ ਦੀ ਹੈ ਸੂਖਮ ਰੂਪ ਦੇ ਵਿੱਚ। ਪਰ ਇਹ ਸਾਨੂੰ ਇਉਂ ਲੱਗ ਰਿਹਾ ਵੀ ਜਿਵੇਂ ਵਾਹਿਗੁਰੂ ਕੋਈ ਹੋਰ ਹੈ, ਅਸੀਂ ਹੋਰ ਹਾਂ, ਆ ਜਿਹੜਾ ਕੁਝ ਅਸੀਂ ਦੇਖ ਰਹੇ ਹਾਂ ਸਾਰਾ ਕੁਝ ਕੋਈ ਹੋਰ ਹੈ। ਪਰ ਮੂਲ ਰੂਪ ਦੇ ਵਿੱਚ ਸਾਰਾ ਉਹੀ ਹੈ ਜਿਹੜਾ ਵਾਹਿਗੁਰੂ ਜੀ ਦਾ। ਪਰ ਇਹ ਵਾਹਿਗੁਰੂ ਜੀ ਨੇ ਆਪਣੇ ਆਪ ਤੋਂ ਇਹ ਸਾਰਾ ਕੁਝ ਪੈਦਾ ਕੀਤਾ, ਪ੍ਰਗਟ ਕੀਤਾ। ਜਿਵੇਂ ਬਾਜੀਗਰ ਆਪਣੇ ਹੁਨਰ ਦਾ ਪ੍ਰਗਟਾਵਾ ਕਰਦਾ, ਆਪਣੀ ਕਲਾ ਦਾ ਪ੍ਰਗਟਾਵਾ ਕਰਦਾ, ਤੇ ਲੋਕ ਉਹਦੀ ਕਲਾਕਾਰੀ ਤੇ ਉਹਦੇ ਦਿਖਾਏ ਹੋਏ ਕਰਤੱਵ ਤੇ ਬੜੇ ਪ੍ਰਸੰਨ ਹੁੰਦੇ ਆ। ਤੇ ਇਸੇ ਤਰ੍ਹਾਂ ਹੀ ਫਿਰ ਉਹ ਥੋੜ੍ਹੇ ਸਮੇਂ ਦਾ ਮਨੋਰੰਜਨ ਕਰਕੇ ਆਪਣੇ ਆਪ ਦੇ ਵਿੱਚੋਂ ਫਿਰ ਉਹੀ ਨਗਰ ਦਾ ਬਾਜੀਗਰ ਰਹਿ ਜਾਂਦਾ ਹੈ। ਤੇ ਫਿਰ ਆਪਣੇ ਤਾਂ ਉਹਦਾ ਜਿਹੜਾ ਵਕਤੀ ਤੌਰ ਤੇ ਰੰਗਮੰਚ ਤੇ ਜਿਹੜਾ ਕੀਤਾ ਹੋਇਆ ਨਾਟਕ ਹੁੰਦਾ ਹੈ, ਉਹ ਫਿਰ ਲੋਕਾਂ ਨੂੰ ਹਸਾਉਣ ਵਾਸਤੇ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੁੰਦਾ। ਇਸੇ ਤਰ੍ਹਾਂ ਵਾਹਿਗੁਰੂ ਜੀ ਦਾ ਇਹ ਸਰੂਪ ਹੈ ਸੂਖਮ, ਜਿਹੜਾ ਕਈ ਵਾਰ ਇਹ ਪਸਾਰਾ ਪਸਰਿਆ ਤੇ ਕਈ ਵਾਰ ਇਹ ਸਮਾਪਤ ਹੋਇਆ, ਜਿਹਦੇ ਬਾਰੇ ਆਪਾਂ ਬਾਣੀ 'ਚ ਪੜ੍ਹਦੇ ਹਾਂ ਕਿ ਕਈ ਵਾਰ ਪਸਰਿਓ ਪਾਸਾਰ, ਵੀ ਕਈ ਵਾਰ ਇਹ ਪਸਾਰਾ ਪਸਰਿਆ, ਕਈ ਵਾਰ ਇਹ ਲੈ ਹੋਇਆ ਭਾਵ ਸਮਾਪਤ ਹੋਇਆ। ਪਵਨ ਰੂਪ ਦੇਸ਼ਟਿਓ ਬਿਨ ਸਾਇਓ, ਕਤ ਹੈ ਗਇਓ ਕਤ ਤੇ ਆਇਓ। ਤੇ ਇਸੇ ਤਰ੍ਹਾਂ ਜਿਹੜਾ ਇਹ ਵਾਹਿਗੁਰੂ ਜੀ ਦਾ ਸਰੂਪ ਹੈ, ਇਹ ਅਨੇਕਾਂ ਵਾਰ ਸੰਸਾਰ ਵਿੱਚ ਪ੍ਰਗਟ ਹੋਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਅਨੇਕਾਂ ਵਾਰ ਇਹ ਲੁਪਤ ਹੋਇਆ। ਉਸੇ ਤਰ੍ਹਾਂ ਜਿਵੇਂ ਬਾਜੀਗਰ ਹੁਣ ਹੁੰਦਾ ਉਹੀ ਹੈ, ਪਰ ਵਕਤੀ ਤੌਰ 'ਤੇ ਉਹ ਜਦੋਂ ਖੇਡਦਾ ਉਦੋਂ ਦੀ ਪੋਸ਼ਾਕ ਵੀ ਹੋਰ ਹੁੰਦੀ ਹੈ, ਉਹਦਾ ਰੂਪ ਸਰੂਪ ਵੀ ਹੋਰ ਹੁੰਦਾ। ਪਰ ਜਦੋਂ ਖੇਡ ਕੇ ਹਟ ਜਾਂਦਾ ਫਿਰ ਉਹ ਮੂਲ ਰੂਪ ਦੇ ਵਿੱਚ ਉਹ ਇੱਕੋ ਹੀ ਰਹਿ ਜਾਂਦਾ। ਇਸੇ ਤਰ੍ਹਾਂ ਹੀ ਵਾਹਿਗੁਰੂ ਹੈ ਵੀ ਜਿਹਨੇ ਕਈ ਸਾਰੇ ਆਪਣੇ ਸਵਾਂਗ ਸਰੂਪ ਰਚਨਾ ਕੀਤੇ ਹੈ, ਪਰ ਉਹ ਆਪਣੇ ਆਪ ਤਾਂ ਹੀ ਜਿੱਥੇ ਇੰਨੇ ਸਰੂਪ ਰਚ ਲੈਂਦਾ ਉੱਥੇ ਇਹਨਾਂ ਸਰੂਪਾਂ ਤੋਂ ਨਿਰਲੇਪ ਵੀ ਰਹਿੰਦਾ ਹੈ। ਭਾਵ ਆਪਣੇ ਆਪ ਦਾ ਜਿਹੜਾ ਉਹਦਾ ਇੱਕ ਅਦੁੱਤੀ ਸਰੂਪ ਹੈ ਉਹ ਵੀ ਪਿੱਛੇ ਬਚਦਾ ਹੈ, ਕਿਉਂਕਿ ਉਹਦੇ ਗੁਰਬਾਣੀ ਨੇ ਦੋ ਸਰੂਪ ਮੰਨੇ, ਨਿਰਗੁਣ ਆਪ ਸਰਗੁਣ ਪੀ ਹੋਈ। ਉਹਦਾ ਇੱਕ ਨਿਰਗੁਣ ਸਰੂਪ ਵੀ ਸਵੀਕਾਰ ਕੀਤਾ, ਇੱਕ ਉਹਦਾ ਸਰਗੁਣ ਸਰੂਪ ਹੈ। ਹੁਣ ਉਹ ਸਰਗੁਣ ਸਰੂਪ ਕਰਕੇ ਸਾਰਿਆਂ ਵਿੱਚ ਹੀ ਮੌਜੂਦ ਹੈ, ਇੱਕ ਉਹਦਾ ਨਿਰਗੁਣ ਸਰੂਪ ਹੈ। ਤੇ ਜਿਹੜਾ ਉਹਦਾ ਨਿਰਗੁਣ ਸਰੂਪ ਹੈ ਉਹ ਸਾਰਿਆਂ ਦੇ ਵਿੱਚ ਹੀ ਮੌਜੂਦ ਹੈ, ਪਰ ਇੱਕ ਉਹ ਜਿੱਥੇ ਸਾਰਿਆਂ ਦੇ ਵਿੱਚ ਉਹਦਾ ਨਿਰਗੁਣ ਸਰੂਪ ਮੌਜੂਦ ਆ, ਸਰਗੁਣ ਦੇ ਵਿੱਚ ਹੋਣ ਕਰਕੇ ਉੱਥੇ ਉਹਦਾ ਇੱਕ ਨਿਰਗੁਣ ਸਰੂਪ ਜਿਹਦੇ ਬਾਬਤ ਬਾਣੀ ਵਿੱਚ ਕਥਨ ਕਰਦੇ ਆ, ਸੋਹਣੇ ਲੱਕ ਜਿਹਨੇ ਲੰਮੜੇ ਵਾਲਾ। ਇਹ ਉਹਦੇ ਸੋਹਣੇ ਸਰੂਪ ਜਿਹੜਾ ਨਿਰਗੁਣ ਸਰੂਪ ਹੈ ਉਹਦੇ ਬਾਬਤ ਵੀ ਮਹਾਰਾਜ ਇਉਂ ਕਥਨ ਕੁਝ ਕਰਦੇ ਹਨ। ਰਹਾਓ ਜਲ ਤੇ ਉਠੈ ਅਨਕ ਤਰੰਗਾ, ਕਨਕ ਭੂਖਨ ਕੀਨੇ ਬਹੁ ਰੰਗਾ। ਹੁਣ ਸਤਿਗੁਰ ਦੇਵ ਜੀ ਯੋਗੀ ਨੂੰ ਹੁਣ ਅਗਲੀਆਂ ਦੋ ਉਦਾਹਰਨਾਂ ਦੇ ਕੇ ਹੋਰ ਗੱਲ ਨੇੜੇ ਕਰਦੇ ਆ। ਹੁਣ ਸਾਨੂੰ ਵੀ ਇਹ ਗੱਲ ਤੋਂ ਬੜੀ ਸੋਝੀ ਸਤਿਗੁਰ ਦੇਵ ਕਰਵਾ ਰਹੇ ਹੈ ਵੀ ਜਿਵੇਂ ਪਾਣੀ ਸਮੁੰਦਰ ਵਿੱਚ ਵਗਦਾ ਹੈ ਤੇ ਪਾਣੀ ਵਿੱਚ ਜਦੋਂ ਹਵਾ ਦਾ ਵੇਗ ਪ੍ਰਵੇਸ਼ ਕਰਦਾ ਤੇ ਪਾਣੀ ਲਹਿਰਾਂ ਦਾ ਰੂਪ ਹੋ ਜਾਂਦਾ, ਪਰ ਉਹ ਮੂਲ ਰੂਪ ਦੇ ਵਿੱਚ ਜਿਹੜੀ ਪਾਣੀ ਵਿੱਚ ਉੱਠੀ ਲਹਿਰ ਹੈ, ਤਰੰਗ ਹੈ, ਉਹ ਹੈ ਤੇ ਪਾਣੀ ਨਾ। ਇਸੇ ਤਰ੍ਹਾਂ ਹੀ ਅਗਲੀ ਗੱਲ ਸਤਿਗੁਰੂ ਦੇਵ ਕਥਨ ਕਰਦੇ, ਜਿਵੇਂ ਮੂਲ ਰੂਪ ਵਿੱਚ ਸੋਨਾ ਤੇ ਸੋਨੇ ਨੂੰ ਫਿਰ ਸੁਨਾਰ ਕੁਠਾਲੀ ਵਿੱਚ ਪਾ ਕੇ ਕਈ ਸਰੂਪ ਦੇ ਦਿੰਦਾ ਵੀ ਹੁਣ ਮੂਲ ਰੂਪ ਦੇ ਵਿੱਚ ਸੋਨਾ ਹੀ ਹੁੰਦਾ, ਉਹਨੂੰ ਮੁੰਦੀ ਵੀ ਬਣਾ ਦਿੰਦਾ, ਉਹਦੇ ਰਿੰਗ ਵੀ ਬਣਾ ਦਿੰਦਾ, ਉਹਦੇ ਕਾਂਟੇ ਵੀ ਬਣਾ ਦਿੰਦਾ, ਕਾਂਠੀ ਵੀ ਬਣਾ ਦਿੰਦਾ, ਕੰਠਾ ਵੀ ਬਣਾ ਦਿੰਦਾ। ਪਰ ਉਹਨੂੰ ਨਾਮ ਉਹਦੀ ਬਾਹਰੀ ਦਿੱਖ ਨੂੰ ਦੇਖ ਕੇ ਦੇ ਦਿੱਤਾ ਜਾਂਦਾ ਵੀ ਇਹ ਜੀ ਛਾਪ ਹੈ ਜੀ, ਇਹ ਕੜਾ ਹੈ ਜੀ, ਇਹ ਘੜੀ ਹੈ, ਇਹ ਚੈਨੀ ਹੈ, ਇਹ ਕੰਠਾ, ਇਹ ਕੰਠੀ ਹੈ। ਪਰ ਮੂਲ ਰੂਪ ਦੇ ਵਿੱਚ ਕੀ ਹੈ? ਉਹ ਸੋਨਾ ਹੈ। ਇਸੇ ਤਰ੍ਹਾਂ ਉਹ ਵਾਹਿਗੁਰੂ ਹੈ ਵੀ ਉਹ ਮੂਲ ਰੂਪ ਦੇ ਵਿੱਚ ਆਪ ਹੀ ਹੈ ਵਾਹਿਗੁਰੂ, ਪਰ ਇਹ ਉਹਦੇ ਜਿਹੜੇ ਜੀਵ ਪੈਦਾ ਕੀਤੇ ਹੈ ਵੱਖਰੇ ਵੱਖਰੇ, ਉਹਨਾਂ ਨੂੰ ਫਿਰ ਸੰਸਾਰੀ ਜੀਵਾਂ ਨੇ, ਉਹਨਾਂ ਸੰਸਾਰੀ ਜੀਵਾਂ ਨੂੰ ਨਾਮ, ਉਹਨਾਂ ਦੇ ਆਕਾਰ, ਉਹਨਾਂ ਦੇ ਸਰੂਪ ਨੂੰ ਵੇਖ ਕੇ ਨਿਸ਼ਚਿਤ ਤੇ ਨਿਰਧਾਰਤ ਕਰ ਦਿੱਤੇ ਗਏ ਹਨ। ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਜਿਸ ਤਰ੍ਹਾਂ ਹੁਣ ਇੱਕ ਕਿਸਾਨ ਹੁਣ ਆਪਣੇ ਤਾਂ ਹੀ ਹੁਣ ਮੁੱਠ ਬੀਜ ਬੀਜਦਾ ਹੈ ਤੇ ਕਿੰਨੇ ਹੀ ਫਿਰ ਉਹ ਬੋਹੜ ਲੱਗ ਜਾਂਦੇ ਹੈ, ਤੇ ਇਸੇ ਤਰ੍ਹਾਂ ਹੀ ਉਹ ਹੁੰਦਾ ਕੀ ਹੈ ਮੂਲ ਰੂਪ ਦੇ ਵਿੱਚ ਬੀਜ, ਤੇ ਉਹ ਜਦੋਂ ਬਹੁਤੇ ਬੀਜ ਬੀਜ ਦਿੰਦਾ ਤੇ ਉਹ ਬੀਜੇ ਹੋਏ ਬੀਜ ਫਿਰ ਉਹ ਫਲ ਫੁੱਲ ਦੇ ਸਹਿਤ ਉਹ ਜਦੋਂ ਪੂਰੀ ਪ੍ਰਕਿਰਿਆ ਹੋ ਜਾਂਦੀ ਹੈ, ਛੱਲੀਆਂ ਵੀ ਲੱਗਦੀਆਂ, ਤੇ ਪਰ ਮੂਲ ਰੂਪ ਦੇ ਵਿੱਚ ਉਹ ਫਿਰ ਸਾਨੂੰ ਬੀਜ ਹੀ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਹੀ ਉਹ ਵਾਹਿਗੁਰੂ ਹੈ ਜਿਹੜਾ ਉਹ ਬੀਜ ਰੂਪ ਹੈ, ਪਰ ਜਿਹੜਾ ਇਹ ਹੁਣ ਸਾਰਾ ਪਸਾਰਾ ਦੇਖ ਰਹੇ ਹਾਂ ਉਹਦਾ ਇਹ ਬ੍ਰਿਛ ਦੀ ਨਿਆਈ ਹੈ, ਪਰ ਇਹ ਜਿਹੜਾ ਬ੍ਰਿਛ ਹੈ ਉਹ ਮੂਲ ਰੂਪ ਦੇ ਵਿੱਚ ਕੀ ਹੈ? ਬੀਜ ਹੈ।
ਜਿਵੇਂ ਆਪਣੇ ਤਾਈਂ ਮਹਾਰਾਜ ਬਾਣੀ 'ਚ ਕਥਨ ਕਰਦੇ ਕਿ ਬਟਕ ਬੀਜ ਮੈਂ ਰਵ ਰਿਓ ਜਾਕੋ ਤੀਨ ਲੋਕ ਵਿਸਥਾਰ। ਹੁਣ ਬੋਹੜ ਦਾ ਬੀਜ ਬਿਲਕੁਲ ਬਰੀਕ ਹੁੰਦਾ, ਪਰ ਜਦੋਂ ਉਹਨੂੰ ਬੀਜ ਦਿੱਤਾ ਜਾਂਦਾ ਜ਼ਮੀਨ ਵਿੱਚ, ਉਹ ਕਿੱਡਾ ਵੱਡਾ ਬ੍ਰਿਛ ਬਣ ਜਾਂਦਾ। ਫਿਰ ਉਹਨੂੰ ਸਮਾਂ ਆਉਣ 'ਤੇ ਨਿਮੂੜੀਆਂ ਲੱਗਦੀਆਂ, ਉਹਦੇ ਵਿੱਚ ਫਿਰ ਉਹ 'ਚ ਛੋਟੇ ਛੋਟੇ ਬੀਜ ਪੈਦਾ ਹੋ ਜਾਂਦੇ ਆ। ਜੇ ਉਹਨਾਂ ਨੂੰ ਆਪਾਂ ਬੀਜ ਦਈਏ ਤਾਂ ਫਿਰ ਉਹ ਇੱਕ ਹੋਰ ਬੋਹੜ ਦਾ ਬ੍ਰਿਛ ਪ੍ਰਾਪਤ ਹੋ ਜਾਂਦਾ। ਤੋ ਇਉਂ ਇਹ ਸਾਰਾ ਜਿਹੜਾ ਪਸਾਰਾ ਹੈ ਵਾਹਿਗੁਰੂ ਜੀ ਦੀ ਰਚਨਾ ਦਾ, ਉਹ ਮੂਲ ਰੂਪ ਦੇ ਵਿੱਚ ਵਾਹਿਗੁਰੂ ਜੀ ਦਾ ਹੀ ਸਰੂਪ ਹੈ। ਪਰ ਜਿਹੜਾ ਸਾਨੂੰ ਹੁਣ ਇਹ ਬਾਹਰੀ ਤੌਰ 'ਤੇ ਵਾਹਿਗੁਰੂ ਜੀ ਤੋਂ ਵੱਖਰਾ ਲੱਗਦਾ, ਕਿਉਂਕਿ ਅਸੀਂ ਆਪਣੇ ਤਾਈਂ ਵਾਹਿਗੁਰੂ ਜੀ ਦੇ ਉਸ ਵਿਰਾਟ ਸਰੂਪ ਨੂੰ ਵੀ ਨਹੀਂ ਸਮਝਿਆ ਅਤੇ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਨੂੰ ਵੀ ਨਹੀਂ ਸਮਝਿਆ। ਅਤੇ ਜਦੋਂ ਪੂਰਾ ਗੁਰੂ ਕਿਰਪਾ ਕਰ ਦਿੰਦਾ ਹੈ, ਮਾਇਕ ਭ੍ਰਾਂਤੀ, ਇਹ ਮਾਇਆ ਦੇ ਤਿੰਨਾਂ ਹੀ ਗੁਣ ਜਦੋਂ ਸਾਡੇ ਜੀਵਨ ਵਿੱਚ ਲੈ ਹੋ ਜਾਂਦੇ ਹੈ, ਰਜੋ ਤਮੋ ਅਤੇ ਸਤੋ, ਫਿਰ ਚੌਥੇ ਪਦ ਵਿੱਚ ਜਦੋਂ ਜਗਿਆਸੂ ਦੀ ਸੁਰਤ ਟਿਕ ਜਾਂਦੀ ਹੈ, ਫਿਰ ਉਦੋਂ ਉਹਨੂੰ ਉਹ ਵਾਹਿਗੁਰੂ ਜੀ ਦਾ ਹੀ ਸਾਰੇ ਬੰਨੇ ਸਰੂਪ ਨਜ਼ਰ ਆਉਂਦਾ ਹੈ। ਸਹਸ ਘਟਾ ਮਹਿ ਏਕ ਆਕਾਸ਼, ਘਟ ਫੂਟੇ ਤੇ ਉਹੀ ਪ੍ਰਗਾਸ਼। ਹਾਂ, ਜਿਸ ਤਰ੍ਹਾਂ ਹੁਣ ਮਹਾਰਾਜ ਕਥਨ ਕਰਦੇ ਵੀ ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਰੱਖ ਦਿੱਤੇ ਜਾਣ ਅਤੇ ਉਹਨਾਂ ਦੇ ਤਾਂ ਢੱਕਣ ਨਾ ਦਿੱਤਾ ਜਾਏ, ਅਤੇ ਉਹ ਹਜ਼ਾਰਾਂ ਘੜਿਆਂ ਦੇ ਵਿੱਚ ਹੀ ਇੱਕ ਸੂਰਜ ਦਾ ਅਕਸ਼ ਪੈਂਦਾ ਅਤੇ 100 ਸੂਰਜ ਨਜ਼ਰ ਆਉਂਦਾ। ਜੇ 1000 ਘੜੇ ਭਰੇ ਹੋਣ ਤਾਂ 1000 ਸੂਰਜ ਨਜ਼ਰ ਆਉਂਦੇ ਹੈ, ਪਰ ਮੂਲ ਰੂਪ ਦੇ ਵਿੱਚ ਸੂਰਜ ਇੱਕੋ ਹੀ ਹੈ। ਅਤੇ ਜੇਕਰ ਉਹ ਸਾਰੇ ਘੜੇ ਭੰਨ ਦਿੱਤੇ ਜਾਣ ਤਾਂ ਫਿਰ ਸਾਡੇ ਤਾਂ ਉਹ ਸੂਰਜ ਹੈ ਜਿਹੜਾ ਨਜ਼ਰ ਹੀ ਨਹੀਂ ਪੈਂਦਾ, ਕਿਉਂਕਿ ਉਹ ਸੂਰਜ ਤਾਂ ਇੱਕ ਹੈ, ਪਰ ਉਹ ਵੱਖਰੇ ਵੱਖਰੇ ਘੜਿਆਂ ਦੇ ਉੱਤੇ ਜਦੋਂ ਉਹਦਾ ਅਕਸ਼ ਪਿਆ, ਉਹਦਾ ਚਾਨਣ ਪਿਆ, ਅਤੇ ਉਹ ਸਾਨੂੰ ਹਜ਼ਾਰਾਂ ਹੀ ਨਜ਼ਰ ਪਏ। ਪਰ ਇਸੇ ਤਰ੍ਹਾਂ ਹੀ ਵਾਹਿਗੁਰੂ ਹੈ। ਹੁਣ ਸਰਗੁਣ ਸਰੂਪ ਕਰਕੇ ਵਾਹਿਗੁਰੂ ਜੀ ਦੇ ਬੇਅੰਤੀ ਸਰੂਪ ਹੈ, ਅਤੇ ਨਿਰਗੁਣ ਸਰੂਪ ਉਹਦਾ ਮੂਲ ਰੂਪ ਦੇ ਵਿੱਚ ਇੱਕੋ ਇੱਕ ਹੈ। ਭਰਮ ਲੋਭ ਮੋਹ ਮਾਇਆ ਵਿਕਾਰ, ਭ੍ਰਮ ਛੂਟੇ ਤੇ ਏਕੰਕਾਰ। ਹਾਂ, ਮਾਇਆ ਦੇ ਭਰਮ ਕਰਕੇ, ਲਾਲਚ ਕਰਕੇ, ਸੰਸਾਰੀ ਮਮਤਾ ਦੇ, ਧਨ ਦੌਲਤ ਦੇ, ਪਾਪ ਵਿਕਾਰ ਆਦਿ ਦੇ ਕਾਰਨ ਕਰਕੇ ਹੁਣ ਸਾਨੂੰ ਇਹ ਭਰਮ ਪਿਆ ਹੋਇਆ ਵੀ ਵਾਹਿਗੁਰੂ ਕੋਈ ਹੋਰ ਹੈ, ਅਸੀਂ ਕੋਈ ਹੋਰ ਹਾਂ। ਪਰ ਅਸਲ ਵਿੱਚ ਹੁਣ ਬ੍ਰਹਮ ਸਰੂਪ ਹੀ ਅਸੀਂ ਹਾਂ, ਪਰ ਸਾਨੂੰ ਅਜੇ ਇਸ ਗੱਲ ਦੀ ਲਖਤਾ ਨਹੀਂ ਹੋਈ, ਸਾਨੂੰ ਅਜੇ ਇਸ ਗੱਲ ਦੀ ਪੂਰਨ ਤੌਰ 'ਤੇ ਸੋਝੀ ਤੇ ਸੂਖਮ ਸਮਝ ਨਹੀਂ ਹੋਈ। ਉਹ ਅਬਨਾਸੀ ਬਿਨ ਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ। ਪਰ ਅਸਲ ਵਿੱਚ ਉਹ ਜਿਹੜਾ ਵਾਹਿਗੁਰੂ ਮਾਲਕ ਆਪ ਹੈ, ਉਹ ਨਾਸ਼ ਤੋਂ ਰਹਿਤ ਹੈ, ਉਹਦਾ ਕਿਤੇ ਨਾਸ਼ ਨਹੀਂ ਹੁੰਦਾ, ਉਹ ਅਬਨਾਸੀ ਹੈ, ਉਹਦਾ ਕਿਤੇ ਨਾਸ਼ ਨਹੀਂ ਹੁੰਦਾ। ਇਸੇ ਲਈ ਮਹਾਰਾਜ ਕਹਿੰਦੇ ਨਾ ਉਹ ਆਵੈ ਨਾ ਉਹ ਜਾਈ, ਨਾ ਉਹ ਆਉਂਦਾ ਨਾ ਉਹ ਜਾਂਦਾ ਹੈ, ਕਿਉਂਕਿ ਉਹ ਤਾਂ ਅਬਨਾਸੀ ਹੈ। ਇਸੇ ਲਈ ਮਹਾਰਾਜ ਸਾਨੂੰ ਪ੍ਰੇਰਨਾ ਕਰਦੇ ਕਿ ਅਬਨਾਸੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਵੀ ਉਹ ਅਬਨਾਸੀ ਵਾਹਿਗੁਰੂ ਦਾ ਤੂੰ ਸਿਮਰਨ ਕਰ, ਜਿਹਦੇ ਬਾਬਾ ਸਾਹਿਬ ਕਥਨ ਕਰਦੇ ਅਬਨਾਸੀ ਜੀਵਨ ਕੋ ਦਾਤਾ, ਜਿਸ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਪਰ ਕੋਈ ਵਿਰਲਾ ਜੀਵ ਹੈ ਜਿਹੜਾ ਉਹਦੇ ਇਸ ਬ੍ਰਹਮ ਸਰੂਪ ਨੂੰ ਜਾਣਦਾ ਹੈ। ਗੁਰ ਪੂਰੇ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮਗਤ ਹੋਈ। ਹਾਂ, ਪੂਰਾ ਗੁਰੂ ਜਿਨ੍ਹਾਂ ਦੇ ਤਾਈਂ ਕਿਰਪਾ ਕਰ ਦਿੰਦਾ ਹੈ, ਆਪਣੇ ਸ਼ਬਦ ਦਾ ਉਪਦੇਸ਼ ਦੇ ਕੇ ਹਉਮੈ ਹੰਗਤਾ ਦੀ ਮੈਲ ਦਾ ਨਿਵਾਰਨ ਕਰ ਦਿੰਦਾ ਹੈ। ਕਹੋ ਨਾਨਕ ਮੇਰੀ ਪਰਮਗਤ ਹੋਈ, ਉਹਨਾਂ ਦੀ ਪਰਮਗਤੀ ਹੋ ਜਾਂਦੀ ਹੈ, ਜੋ ਪਰਮ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹੈ, ਜਾਂ ਉਹ ਮੁਕਤ ਹੋ ਜਾਂਦੇ ਹੈ, ਜਾਂ ਕੈਵਲਿਆ ਜਾਂ ਮੋਕਸ਼ ਜਾਂ ਨਿਰਵਾਣ ਪਦ ਉਹਨਾਂ ਨੂੰ ਹਾਸਲ ਹੋ ਜਾਂਦਾ ਹੈ, ਜਿਨ੍ਹਾਂ ਦੇ ਜੀਵਨ ਵਿੱਚੋਂ ਮਾਇਕ ਭ੍ਰਾਂਤੀ ਦਾ ਪੂਰਾ ਗੁਰੂ ਸ਼ਬਦ ਦੁਆਰਾ ਵਿਨਾਸ਼ ਕਰ ਦਿੰਦਾ ਹੈ, ਜਾਂ ਜਿਨ੍ਹਾਂ ਨੂੰ ਗੁਰੂ ਬ੍ਰਹਮ ਦਾ ਗਿਆਨ ਕਰਵਾ ਦਿੰਦਾ ਹੈ, ਉਹ ਫਿਰ ਮੈਂ ਮੇਰੀ ਦੇ ਭਰਮ ਭੁਲੇਖਿਆਂ ਤੋਂ ਮੁਕਤ ਹੋ ਕਰਕੇ ਵਾਹਿਗੁਰੂ ਜੀ ਦੇ ਬ੍ਰਹਮ ਸਰੂਪ ਨੂੰ ਜਾਣ ਕੇ ਉਹਦੇ ਤਾਈਂ ਅਭੇਦਤਾ ਹਾਸਲ ਕਰ ਲੈਂਦੇ ਹਨ। ਚਉਪਈ ਬਾਜੀ ਗਰਜਮ ਬਾਜੀ ਪਾਵੈ, ਅਨਕ ਰੂਪ ਕਰ ਸਵਾਂਗ ਦਿਖਾਵੈ। ਹੁਣ ਸਤਿਗੁਰ ਦੇ ਫੇਰ ਇਸੇ ਗੱਲ ਨੂੰ ਹੋਰ ਦੁਹਰਾ ਕੇ ਆਖ ਰਹੇ ਹੈ ਕਿ ਦੇਖ ਭਾਈ ਜੋਗੀ, ਜਿਵੇਂ ਬਾਜੀਗਰ ਲੋਕ ਸਵਾਂਗ ਰਚਾਉਂਦੇ ਹੈ, ਅਨੇਕਾਂ ਆਪਣੇ ਤਾਈਂ ਭੇਸ਼ ਭੂਸ਼ਾਵਾਂ ਧਾਰਨ ਕਰਕੇ ਅਨੇਕਾਂ ਕਰਤੱਵ ਕਰਦੇ ਹਨ। ਕਿਰਿਆ ਕਰਾਵਤ ਅਨਕ ਪ੍ਰਕਾਰਾ, ਫਿਰ ਹੈ ਲਰਹਿ ਵੱਡ ਬਾਂਧ ਅਖਾਰਾ। ਹਾਂ, ਤੇ ਅਖਾੜੇ ਦੇ ਵਿੱਚ ਕਿਵੇਂ ਉਹ ਲੜਦੇ ਆ, ਕਿਵੇਂ ਉਹ ਭਿੜਦੇ ਆ, ਕਿਵੇਂ ਇੱਕ ਦੂਜੇ ਦੇ ਨਾਲ ਝਗੜਦੇ ਹਨ। ਇੱਕ ਬਾਜੀਗਰ ਤਿੰਨ ਮਹਿ ਸਾਚਾ,
ਬਾਜੀ ਸਭ ਮਿਥਿਆ ਕੱਚ ਪਾਚਾ। ਹਾਂ, ਉਹਨਾਂ ਦੇ ਵਿੱਚ ਜਿਹੜਾ ਬਾਜੀ ਪਾਉਣ ਵਾਲਾ ਬਾਜੀਗਰ ਉਹੀ ਇੱਕ ਸੱਚਾ ਹੈ, ਤੇ ਬਾਕੀ ਉਹਦੇ ਦੁਆਰਾ ਜਿਹੜੀ ਪਰਦੇ ਤੇ ਖੇਡੀ ਜਾ ਰਹੀ ਖੇਡ ਹੈ ਉਹ ਸਾਰੀ ਦੀ ਸਾਰੀ ਝੂਠੀ ਹੈ। ਨਾ ਤਾਂ ਉਹ ਆਪਣੇ ਆਪ ਦੀ ਅੱਗ ਲਾ ਰਿਹਾ ਹੁੰਦਾ, ਨਾ ਉਹ ਆਪਣੇ ਤਾਈਂ ਅੱਗ ਖਾ ਰਿਹਾ ਹੁੰਦਾ, ਨਾ ਉਹ ਆਪਣੇ ਤੇ ਅੱਖਾਂ ਵਿੱਚ ਸੂਈਆਂ ਘਬੋ ਰਿਹਾ ਹੁੰਦਾ। ਪਰ ਵੇਖਣ ਵਾਲਿਆਂ ਨੂੰ ਸਾਰਾ ਕੁਝ ਐਂ ਹੀ ਲੱਗਦਾ ਵੀ ਜਿਵੇਂ ਸੱਚੀ ਅੱਗ ਖਾ ਰਿਹਾ ਹੈ, ਇਹ ਆਪਣੇ ਮੁਖ ਦੇ ਵਿੱਚੋਂ ਅੱਗ ਉਗਲ ਰਿਹਾ ਹੈ ਤੇ ਆਪਣੇ ਤੇ ਕੰਚ ਖਾ ਰਿਹਾ ਹੈ, ਪਰ ਉਹ ਐਸਾ ਕੋਈ ਕਰਤੱਵ ਨਹੀਂ ਕਰ ਰਿਹਾ ਹੁੰਦਾ। ਸਾਗਰੀ ਪੁੱਤਰੀ ਪੁਰਖ ਅਧੀਨ, ਨਾਚ ਹੈ ਜਥਾ ਨਚਾਵਨ ਕੀਨ। ਹਾਂ, ਜਿਵੇਂ ਆਪਣੇ ਤਾਈਂ ਕਠਪੁਤਲੀ ਦੇ ਖੇਡ ਖੇਡਣ ਵਾਲਾ ਜਿਹੜਾ ਖਿਡਾਵਾ ਹੁੰਦਾ ਹੈ, ਹੁਣ ਉਹ ਕਠਪੁਤਲੀਆਂ ਨੂੰ ਰੰਗਮੰਚ ਤੇ ਹੁਣ ਨਚਾਉਂਦਾ ਹੈ, ਜਿਵੇਂ ਉਹ ਇਸ਼ਾਰਾ ਕਰਦਾ ਹੈ, ਹੁਣ ਬਰੀਕ ਤਾਗੇ ਉਹਦੀਆਂ ਉਂਗਲਾਂ ਦੇ ਵਿੱਚ ਪਕੜੇ ਹੁੰਦੇ ਹੈ ਤੇ ਉਵੇਂ ਉਵੇਂ ਉਹ ਕਠਪੁਤਲੀ ਨੱਚਦੀ ਹੈ। ਤੇ ਇਸੇ ਤਰ੍ਹਾਂ ਹੀ ਇਹ ਸਾਰਾ ਸੰਸਾਰਕ ਜਿਹੜਾ ਤਮਾਸ਼ਾ ਹੈ ਇਹ ਵਾਹਿਗੁਰੂ ਜੀ ਦੇ ਪਵਿੱਤਰ ਹਸਤ ਕਮਲਾਂ ਦੇ ਵਿੱਚ ਪਕੜਿਆ ਹੋਇਆ ਹੈ। ਕਿਸ ਹੈ ਪਲਾਵ ਹੈ ਕਿਸੇ ਜਿਤਾਵ ਹੈ, ਕੋ ਸੋਗੀ ਕੋ ਹਰਖ ਪਾਵ ਹੈ। ਆ ਤੇ ਇਉਂ ਫਿਰ ਵਾਹਿਗੁਰੂ ਦੇਵ ਆਪ ਹੀ ਉਹ ਸੱਚਾ ਇੱਕ ਵਾਹਿਗੁਰੂ ਹੈ, ਤੇ ਉਹ ਜਿਹੜਾ ਵਾਹਿਗੁਰੂ ਹੈ ਕਿਸੇ ਨੂੰ ਖੁਸ਼ ਕਰ ਰਿਹਾ ਹੈ ਮਾਇਕ ਪਦਾਰਥ ਦੇ ਕੇ, ਕਿਸੇ ਤੋਂ ਮਾਇਕ ਪਦਾਰਥ ਖੋਹ ਕੇ ਉਹ ਕਿਸੇ ਨੂੰ ਦੁੱਖ ਦੇ ਰਿਹਾ ਹੈ। ਪਰ ਅਸਲ ਵਿੱਚ ਨਾ ਕੋਈ ਦੁਖੀ ਹੋ ਰਿਹਾ ਨਾ ਕੋਈ ਸੁਖੀ ਹੋ ਰਿਹਾ, ਪਰ ਦੁੱਖ ਤੇ ਸੁੱਖ ਕਿਉਂ ਸੱਚਾ ਲੱਗ ਰਿਹਾ ਹੈ? ਕਿਉਂਕਿ ਮਾਇਆ ਭਰਮ ਰੂਪ ਹੈ ਤੇ ਭਰਮ ਰੂਪ ਨੂੰ ਅਸੀਂ ਸੱਚਾ ਜਾਣਿਆ ਹੋਇਆ, ਤੇ ਜਿਹਦੇ ਕਾਰਨ ਕਰਕੇ ਕਿ ਅਸੀਂ ਦੁੱਖ ਤੇ ਸੁੱਖ ਵਿੱਚ ਬੰਨੇ ਹੋਏ ਸਦਾ ਹੀ ਵਿਰਲਾਪ ਦੀ ਅਵਸਥਾ ਵਿੱਚ ਜੀਵਨ ਜਿਉਂਦੇ ਹਾਂ। ਜਬ ਹੈ ਸੰਕੋਚ ਹੈ ਸਕਲ ਪਸਾਰਾ, ਰਹਿ ਇਕਾਕੀ ਕਰਨਾ ਹਾਰਾ। ਤੇ ਜਦੋਂ ਵਾਹਿਗੁਰੂ ਆਪਣਾ ਉਹ ਸਾਰਾ ਹੀ ਪਸਾਰਾ ਸੰਕੋਚ ਲੈਂਦਾ ਹੈ, ਇਹ ਸਾਰਾ ਹੀ ਜਦੋਂ ਤਮਾਸ਼ਾ ਉਹ ਆਪਣੇ ਤਾਂ ਜਿਹੜਾ ਉਹਨੇ ਪਸਾਰਿਆ ਹੋਇਆ ਇਹਨੂੰ ਸੰਕੋਚਦਾ ਹੈ, ਫਿਰ ਪਿੱਛੇ ਵੀ ਇੱਕ ਰਹਿ ਜਾਂਦਾ ਹੈ। ਜਿਵੇਂ ਆਪਾਂ ਬਾਣੀ 'ਚ ਰੋਜ਼ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਸਾਰਾ ਉਹਦਾ ਤਮਾਸ਼ਾ ਹੀ ਹੈ ਨਾ। ਤੇ ਉਹ ਜਦੋਂ ਆਪਣੇ ਤੇ ਚਾਹੇ ਵਾਹਿਗੁਰੂ ਉਦੋਂ ਇਹ ਤਮਾਸ਼ੇ ਨੂੰ ਸਮਾਪਤ ਕਰ ਲੈਂਦਾ ਹੈ। ਤਿਮ ਜਾਨਹੁ ਪਰਮੇਸ਼ਰ ਰੂਪ, ਨਿਜ ਇੱਛਾ ਤੇ ਕਰਹਿ ਅਨੂਪ। ਉਸੇ ਤਰ੍ਹਾਂ ਵਾਹਿਗੁਰੂ ਜੀ ਦਾ ਸਰੂਪ ਸਮਝੋ ਆਪਣੀ ਇੱਛਾ ਅਨੁਸਾਰ ਬੇਅੰਤ ਹੀ ਵੱਡੇ ਬੇਮਿਸਾਲ ਕਾਰਜ ਕਰਦਾ ਹੈ, ਵੀ ਜਿਨ੍ਹਾਂ ਦੀ ਕੋਈ ਮਿਸਾਲ ਸੰਸਾਰ ਵਿੱਚ ਪੇਸ਼ ਹੀ ਨਹੀਂ ਕੀਤੀ ਜਾ ਸਕਦੀ। ਆਖਲ ਚਰਾਚਰ ਕੋ ਉਪਜਾਇਓ, ਆਪਨ ਸ਼ਕਤ ਤੇ ਮਦ ਪ੍ਰਵਸ਼ਾਇਓ। ਤੇ ਵਾਹਿਗੁਰੂ ਜੀ ਨੇ ਆਪ ਹੀ ਸਾਰੇ ਜੜ ਰੂਪ ਚੇਤਨ ਰੂਪ ਜੀਵ ਪੈਦਾ ਕੀਤੇ ਹੈ, ਆਪਣੀ ਸ਼ਕਤੀ ਹੀ ਉਹਨੇ ਸਾਰਿਆਂ ਦੇ ਵਿੱਚ ਟਿਕਾਈ ਹੋਈ ਹੈ, ਤੇ ਉਹ ਆਪਣੀ ਸ਼ਕਤੀ ਜਦੋਂ ਚਾਹੇ ਸਾਰਿਆਂ ਦੇ ਤਾਂ ਹੀ ਲੈ ਕਰ ਲੈਂਦਾ ਹੈ। ਚੇਤਨ ਤਾ ਜੀਵਨ ਕੋ ਹੋਈ, ਕਿਰਿਆ ਕਰਤ ਜਿਸ ਤੇ ਸਭ ਕੋਈ। ਤੇ ਜਦੋਂ ਕਿਸੇ ਜੀਵ ਦੇ ਵਿੱਚ ਵਾਹਿਗੁਰੂ ਆਪਣੀ ਚੇਤਨਤਾ ਟਿਕਾਉਂਦਾ ਹੈ ਤੇ ਉਹ ਜੀਵ ਸਰੀਰ ਕਰਕੇ ਸਾਰੀ ਹੀ ਕਿਰਿਆ ਖਾਣ ਪੀਣ ਨਹਾਉਣ ਸੌਣ ਦੀ ਕਰਦਾ ਹੈ। ਤੇ ਜਦੋਂ ਆਪਣੇ ਤਾਈਂ ਕੋਈ ਜੀਵ ਮਰ ਜਾਂਦਾ ਹੈ ਤੇ ਸਰੀਰ ਤਾਂ ਉਦੋਂ ਵੀ ਉਹਦਾ ਹਾਜ਼ਰ ਹੁੰਦਾ ਹੈ, ਉਹਦੇ ਹੱਥ ਪੈਰ ਅੱਖਾਂ ਨੱਕ ਕੰਨ ਇੰਦਰਾ ਗੁਦਾ ਸਭ ਕੁਝ ਹੀ ਹੁੰਦਾ, ਪਰ ਉਹਦੇ ਵਿੱਚ ਚੇਤਨਤਾ ਨਹੀਂ ਹੁੰਦੀ, ਜਿਹਦੇ ਕਾਰਨ ਕਰਕੇ ਉਹ ਆਪਣੇ ਤਾਈਂ ਛੇਤੀ ਦੇ ਨਾਲ ਹੀ ਫਿਰ ਉਹਦੇ ਵਿੱਚ ਬੋ ਪੈਦਾ ਹੋ ਜਾਂਦੀ ਹੈ। ਪਰ ਜਿੰਨਾ ਚਿਰ ਚੇਤਨਤਾ ਹੁੰਦੀ ਹੈ ਤੇ ਉਹਨਾਂ ਚਿਰ ਉਹ ਸਾਰਾ ਹੀ ਸਰੀਰ ਹਰਕਤ ਕਰਦਾ ਹੈ, ਦੇਖਦਾ ਵੀ ਹੈ, ਸੁਣਦਾ ਵੀ ਹੈ, ਖੇਡਦਾ ਵੀ ਹੈ, ਨਹਾਉਂਦਾ ਵੀ ਹੈ, ਖਾਂਦਾ ਵੀ ਹੈ, ਪੀਂਦਾ ਵੀ ਹੈ, ਸੌਂਦਾ ਵੀ ਹੈ, ਹੱਸਦਾ ਵੀ ਹੈ। ਪਰ ਜਦੋਂ ਉਹਦੀ ਵਾਹਿਗੁਰੂ ਜੀ ਨੇ ਚੇਤਨਤਾ ਨੂੰ ਆਪਣੇ ਤਾਂ ਹੀ ਸਮਾ ਲਿਆ ਤੇ ਉਦੋਂ ਹੀ ਉਹ ਜੀਵ ਫਿਰ ਸਾਰੇ ਹੀ ਕਰਮ ਤੋਂ ਮੁਕਤ ਹੋ ਜਾਂਦਾ ਹੈ। ਦੁਖ ਸੁਖ ਤੇ ਹਵੈ ਬਿਖਮ ਮਹਾਨੇ, ਇਸ ਮਹਿ ਕਰਮ ਹੇਤ ਤਾ ਜਾਣੇ। ਹਾਂ, ਸੁੱਖ ਦੁੱਖ ਜੀਵਾਂ ਦੇ ਤਾਂ ਹੀ ਫਿਰ ਬਹੁਤ ਔਖਿਆਈ ਦਿੰਦੇ ਹੈ, ਤੇ ਇਹਨਾਂ ਕਰਮਾਂ ਦੇ ਕਾਰਨ ਕਰਕੇ ਫਿਰ ਜੀਵ ਸੁਖੀ ਤੇ ਦੁਖੀ ਹੁੰਦਾ ਹੈ, ਕਿਉਂਕਿ ਉਹ ਫਿਰ ਸੰਸਾਰਕ ਸਰੀਰ ਜਿਹੜਾ ਮਾਇਆ ਦਾ ਹੀ ਰੂਪ ਹੈ ਇਹਨੂੰ ਉਹਨੇ ਫਿਰ ਸੱਚਾ ਸਮਝਿਆ ਹੁੰਦਾ, ਜਿਹਦੇ ਕਰਕੇ ਉਹ ਫਿਰ ਦੁੱਖ ਸੁੱਖ ਦੇ ਸਹਿਤ ਬੱਝਿਆ ਕਰਮ ਕਮਾਉਂਦਾ ਹੈ। ਜਬ ਚਾਹਤ ਇਨ ਲੈ ਕਹੋ ਕਰਬੇ, ਆਖਿਲ ਵਿਨਾਸ਼ ਹੈ ਇੱਕ ਹੋ ਥਿਰਬੇ। ਤੇ ਜਦੋਂ ਵਾਹਿਗੁਰੂ ਚਾਹੇ ਤੇ ਆਪਣੀ ਬਣਾਈ ਹੋਈ ਜਾਂ ਆਪਣੇ ਪਸਾਰੇ ਹੋਏ ਪਸਾਰੇ ਨੂੰ ਉਹ ਆਪਣੇ ਤਾਂ ਹੀ ਲੈ ਕਰ ਲੈਂਦਾ, ਉਹਨੂੰ ਸਮਾਪਤ ਕਰ ਲੈਂਦਾ ਹੈ। ਉਤਪਤ ਕਉਨ ਰੂਪ ਹੋਏ, ਕਹੋ ਵਿਨਾਸ਼ ਮਾਨ ਹੈ ਕੋਏ। ਤੇ ਇਉਂ ਫਿਰ ਉਹ ਵਾਹਿਗੁਰੂ ਜੀ ਦੇ ਅਸਲ ਵਿੱਚ ਉਹ ਪ੍ਰਗਟ ਸਰੂਪ ਸੀ, ਤੇ ਉਹ ਜਿਹੜਾ ਵਿਨਾਸ਼ ਹੁੰਦਾ ਉਹ ਵੀ ਵਾਹਿਗੁਰੂ ਜੀ ਦਾ ਸਰੂਪ ਸੀ।
ਪਰ ਸਾਨੂੰ ਇਹ ਗੱਲ ਦੀ ਇੰਨੀ ਸੂਖਮ ਸਮਝ ਨਹੀਂ ਹੁੰਦੀ। ਕਿਉਂਕਿ ਅਸੀਂ ਤੇ ਸਾਰਾ ਕੁਝ ਹੀ ਮਾਇਕ ਤੌਰ ਤੇ ਹੁਣ ਸੱਚਾ ਮੰਨਿਆ ਹੋਇਆ ਹੈ। ਇਸ ਪਰ ਸੁਨਹੁ ਅਪਰ ਦ੍ਰਿਸ਼ਟਾਂਤ, ਜਿਸ ਵਿਦ ਹੋਏ ਸੁਨਹੁ ਸਭ ਭਾਂਤ। ਹੁਣ ਸਤਿਗੁਰੂ ਦੇਵ ਜੀ ਇਹਦੇ ਤੇ ਅਗਲਾ ਇੱਕ ਦ੍ਰਿਸ਼ਟਾਂਤ, ਅਗਲੀ ਇੱਕ ਹੋਰ ਉਦਾਹਰਨ, ਇੱਕ ਮਿਸਾਲ ਦਿੰਦੇ ਆ ਵੀ ਜਿਹਦੇ ਨਾਲ ਇਸ ਗੱਲ ਨੂੰ ਇਉਂ ਵੀ ਜਾਣਿਆ, ਸਮਝਿਆ, ਵਿਚਾਰਿਆ ਤੇ ਮੰਨਿਆ ਜਾ ਸਕਦਾ ਹੈ। ਜਲ ਤੇ ਅਦਕ ਤਰੰਗ ਉਠੰਤੇ, ਲਗ ਦੀਰਘ ਹਵੈ ਪੁੰਨ ਬਿਨ ਸੰਤੇ। ਆ ਜਿਵੇਂ ਪਾਣੀ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਲਹਿਰਾਂ ਉਤਪੰਨ ਹੁੰਦੀਆਂ, ਫਿਰ ਉਹ ਲਹਿਰਾਂ ਹੌਲੀ ਹੌਲੀ ਸਮਾਪਤ ਹੋ ਜਾਂਦੀਆਂ ਨੇ। ਭਏ ਤਰੰਗ ਅਹ ਜਲ ਸੋਈ, ਨਾਮ ਮਾਤਰ ਇੱਕ ਤਿਨ ਕਹੋ ਹੋਈ। ਆ ਤੇ ਪਰ ਉਹ ਜਦੋਂ ਪਾਣੀ ਦੇ ਵਿੱਚ ਉੱਠੀ ਹੋਈ ਤਰੰਗ ਪਾਣੀ ਵਿੱਚ ਹੀ ਸਮਾ ਜਾਂਦੀ ਹੈ ਤੇ ਫਿਰ ਉਹ ਲਹਿਰ, ਉਹਦਾ ਨਾਮ ਨਹੀਂ ਰਹਿੰਦਾ, ਫਿਰ ਉਹ ਮੂਲ ਰੂਪ ਦੇ ਵਿੱਚ ਸ਼ਾਂਤ ਵਗਦਾ ਸਮੁੰਦਰ ਦਾ ਪਾਣੀ ਹੋਇਆ ਕਰਦਾ ਹੈ। ਜੇ ਨਹਿ ਜਾਣਤ ਸੋ ਏਮ ਕਹੀ, ਭਇਓ ਤਰੰਗ ਸੋ ਜਲ ਹਵੈ ਨਹੀਂ। ਆ ਤੇ ਜਿਹਨੇ ਹੁਣ ਇਹ ਗੱਲ ਨੂੰ ਨਹੀਂ ਜਾਣਿਆ, ਨਹੀਂ ਸਮਝਿਆ, ਉਹ ਕਹਿੰਦਾ ਵੀ ਦੇਖੋ ਬਈ ਕਿੱਡੀਆਂ ਕਿੱਡੀਆਂ ਸਮੁੰਦਰ ਵਿੱਚ ਲਹਿਰਾਂ ਵਗ ਰਹੀਆਂ, ਪਰ ਉਹਨੂੰ ਭਲੇ ਮਾਨਸ ਨੂੰ ਇਹ ਨਹੀਂ ਪਤਾ ਵੀ ਇਹ ਲਹਿਰਾਂ ਨਹੀਂ, ਇਹ ਮੂਲ ਰੂਪ ਦੇ ਵਿੱਚ ਪਾਣੀ ਹੀ ਹੈ, ਪਰ ਵੇਖਣ ਵਾਲਿਆਂ ਨੂੰ ਲਹਿਰਾਂ ਲੱਗਦੀਆਂ। ਹੁਣ ਇਸੇ ਤਰ੍ਹਾਂ ਹੀ ਹੁਣ ਹੈ ਤੇ ਸਾਰਾ ਕੁਝ ਬਰਮ ਰੂਪ ਹੀ, ਪਰ ਇਹ ਸਾਨੂੰ ਸੱਚਾ ਲੱਗ ਰਿਹਾ, ਸਾਨੂੰ ਆਪਣਾ ਲੱਗ ਰਿਹਾ, ਸਾਨੂੰ ਕੋਈ ਬੁਰਾ ਹੀ ਲੱਗ ਰਿਹਾ, ਸਾਰਾ ਕੁਝ ਚੰਗਾ ਲੱਗ ਹੀ ਨਹੀਂ ਰਿਹਾ, ਕਿਉਂਕਿ ਸਾਡੇ ਕੋਲੇ ਅਜੇ ਦੋਖ ਦ੍ਰਿਸ਼ਟੀ ਹੈ। ਤੇ ਜਦੋਂ ਦੋਖ ਦ੍ਰਿਸ਼ਟੀ ਦੇ ਸਹਿਤ ਅਸੀਂ ਦੇਖਦੇ ਹਾਂ ਤੇ ਫਿਰ ਅਸੀਂ ਦੋਖ ਦ੍ਰਿਸ਼ਟੀ ਦੇ ਨਾਲ ਦੇਖਦੇ ਹੋਏ ਸਾਰੀ ਗੱਲ ਨੂੰ ਦੁਖੀ ਹੋ ਰਹੇ ਹਾਂ। ਪਰ ਜਦੋਂ ਅਸੀਂ ਦੋਖ ਦ੍ਰਿਸ਼ਟੀ ਤੋਂ ਮੁਕਤ ਹੋ ਜਾਵਾਂਗੇ ਫਿਰ ਸਾਨੂੰ ਸਾਰਾ ਸੁਖ ਰੂਪ ਵਾਹਿਗੁਰੂ ਜੀ ਦਾ ਹੀ ਪਸਾਰਾ ਨਜ਼ਰ ਪਏਗਾ। ਜੋ ਜਲ ਜਨ ਹੈ ਅਖਲ ਤਰੰਗ, ਸਿੱਧ ਕਰਹਿ ਕਾਰਜ ਸਰਬੰਗ। ਆ ਤੇ ਜਿਹੜੇ ਆਪਣੇ ਤਾਂ ਹੀ ਮਨੁੱਖ ਸਾਰੀਆਂ ਲਹਿਰਾਂ ਨੂੰ ਜਾਲੀ ਜਾਣਦੇ ਆ ਤੇ ਫਿਰ ਸਾਰੇ ਹੀ ਆਪਣੇ ਤਾਂ ਹੀ ਕਾਰਜ ਸਿੱਧ ਕਰ ਲੈਂਦੇ ਹੈ। ਆਨ ਇਸ਼ਨਾਨ ਕਰਹਿ ਸਭ ਰੀਤ, ਤ੍ਰਿਖਾ ਮਲੰਤਾ ਬਿਨ ਹਵੈ ਨੀਤ। ਆ ਤੇ ਫਿਰ ਉਹ ਜਿਹੜੇ ਸਰੀਰ ਹੈ ਫਿਰ ਉਹ ਪਾਣੀ ਨੂੰ ਵਰਤ ਲੈਂਦੇ ਆ, ਉਹਦੇ ਨਾਲ ਇਸ਼ਨਾਨ ਵੀ ਕਰ ਲੈਂਦੇ ਆ, ਉਹਨੂੰ ਪੀ ਵੀ ਲੈਂਦੇ ਆ, ਆਪਣੇ ਤਾਂ ਹੀ ਸਰੀਰਕ ਕਿਰਿਆ ਵੀ ਕਰ ਲੈਂਦੇ ਆ। ਇਸੇ ਤਰ੍ਹਾਂ ਹੀ ਉਹ ਜਿਹੜੇ ਜੀਵ ਹੁੰਦੇ ਆ ਜਿਨ੍ਹਾਂ ਨੂੰ ਇਹ ਸੋਝੀ ਹੋ ਜਾਂਦੀ ਹੈ, ਉਹ ਤ੍ਰਿਸ਼ਨਾ ਤੋਂ, ਅਗਿਆਨਤਾ ਤੋਂ, ਅਪਵਿੱਤਰਤਾ ਤੋਂ, ਵਿਖਈ ਕਰਮਾਂ ਤੋਂ ਆਪਣੇ ਆਪ ਨੂੰ ਨਿਰਲੇਪ ਕਰ ਲੈਂਦੇ ਹਨ। ਆਪਰ ਤੀਸਰੋ ਜੋਗੀ ਸੁਨੋ, ਸ਼ੁਭ ਦ੍ਰਿਸ਼ਟਾਂਤ ਹਿਰਦੈ ਮਗਨੋ। ਇਉਂ ਸਤਿਗੁਰ ਦੇਵ ਕਥਨ ਕਰਦੇ ਕਿ ਜੋਗੀ ਰਾਜ ਤੁਸੀਂ ਇਸ ਗੱਲ ਨੂੰ ਸਮਝਣ ਦੇ ਲਈ ਇੱਕ ਤੀਜਾ ਬਿਰਤਾਂਤ ਹੋਰ ਮਨ ਵਿੱਚ ਇਉਂ ਸਮਝਣਾ ਵਿਚਾਰਨਾ ਕਰੋ। ਕੰਚਨ ਏਕ ਬਨਿਓ ਬਹੁ ਭਾਂਤ, ਕੁੰਡਲ ਕਟਕ ਆਦ ਦਰਸਾਤ। ਆ ਜਿਵੇਂ ਜੋਗੀ ਰਾਜ ਹੁਣ ਸੋਨਾ ਇੱਕ ਹੀ ਹੁੰਦਾ ਪਰ ਉਹਦੇ ਕਈ ਸਾਰੇ ਆਭੂਖਣ ਵੱਖਰੋ ਵੱਖਰੇ ਕੁੰਡਲ ਕੰਗਣ ਤੇ ਇਤਿਆਦਿਕ ਤਿਆਰ ਕਰ ਲਏ ਜਾਂਦੇ ਹਨ। ਕੰਚਨ ਨਾਮ ਛੋਰ ਕਰ ਕਹੈ, ਇਹੀ ਕਟਕ ਹੈ ਕੁੰਡਲ ਹੈ। ਹਾਂ ਤੇ ਫਿਰ ਆਪਣੇ ਤਾਂ ਹੀ ਉਹਨੂੰ ਸੋਨਾ ਕੋਈ ਨਹੀਂ ਆਖਦਾ, ਫਿਰ ਆਖਦੇ ਵੀ ਇਹਦਾ ਕੰਗਣ ਹੈ ਜੀ, ਇਹ ਕੁੰਡਲ ਹੈ, ਪਰ ਮੂਲ ਰੂਪ ਦੇ ਵਿੱਚ ਤਾਂ ਉਹ ਸੋਨਾ ਹੀ ਹੈ ਨਾ। ਇਸੇ ਤਰ੍ਹਾਂ ਹੀ ਇਹ ਸਾਰਾ ਕੁਝ ਵਾਹਿਗੁਰੂ ਜੀ ਦੀ ਮੂਲ ਰੂਪ ਦੇ ਵਿੱਚ ਰਚਨਾ ਹੀ ਹੈ, ਪਰ ਇਹਦੇ ਤਾਂ ਹੀ ਆਖਿਆ ਕਿਉਂ ਨਹੀਂ ਜਾਂਦਾ, ਕਿਉਂਕਿ ਇਹ ਜਿਹੜੀ ਵਾਹਿਗੁਰੂ ਜੀ ਦੀ ਰਚਨਾ ਹੈ ਫਿਰ ਸਾਨੂੰ ਮਾਇਕ ਸਰੂਪ ਕਰਕੇ, ਮਾਇਕ ਛਲ ਕਰਕੇ ਕੋਈ ਹੋਰ ਨਜ਼ਰ ਆਉਂਦੀ ਹੈ। ਜੇ ਸਰਾਫ ਪਰ ਖਨ ਤਿਹ ਕਰੈ, ਕੰਚਨ ਬਿਨਾਨ ਕੁਛ ਮਨ ਧਰੈ। ਤੇ ਜੇ ਉਹ ਕਿਸੇ ਸੋਨੇ ਦੇ ਕੰਮ ਕਰਨ ਵਾਲੇ ਸੁਨਾਰ ਕੋਲੇ ਲੈ ਜਾਈਏ, ਵੱਖਰੇ ਵੱਖਰੇ ਬਣੇ ਆ ਭੂਖਣ ਗਹਿਣੇ, ਤਾਂ ਮੂਲ ਰੂਪ ਦੇ ਵਿੱਚ ਸੋਨਾ ਹੀ ਸਮਝਦਾ ਤੇ ਸੋਨਾ ਸਮਝ ਕੇ ਹੀ ਉਹਦਾ ਮੁੱਲ ਨਿਰਧਾਰਿਤ ਕਰਦਾ ਹੈ। ਨਾਮ ਆਕਾਰ ਗਿਨਹਿ ਨ ਕੋਏ, ਕਨਕ ਵਾਸਤਵ ਪਰਖਹਿ ਸੋਏ। ਹਾਂ ਉਹ ਫਿਰ ਨਾ ਤਾਂ ਨਾਮ ਦੀ ਗੱਲ ਸੁਣਦਾ ਵੀ ਇਹ ਗਹਿਣੇ ਕੀ ਹੈ, ਵੀ ਇਹ ਕੰਗਣ ਹੈ ਕਿ ਕੁੰਡਲ ਹੈ ਕਿ ਚੈਨੀ ਹੈ ਕਿ ਕੰਠਾ ਹੈ ਕਿ ਕੰਠੀ ਹੈ, ਨਹੀਂ, ਉਹ ਇਹ ਗਿਣਤੀ ਮਿਣਤੀ 'ਚ ਨਹੀਂ ਪੈਂਦਾ। ਉਹ ਤਾਂ ਅਸਲ ਰੂਪ ਵਿੱਚ ਸੋਨੇ ਦੀ ਪਰਖ ਹੀ ਕਰਦਾ ਵੀ ਕਿੰਨੇ ਗ੍ਰਾਮ ਹੈ, ਤੇ ਉਹ ਸੋਨਾ ਹੀ ਗਿਣ ਕੇ ਆਪਣੇ ਕੋਲ ਰੱਖਦਾ, ਜਮ੍ਹਾਂ ਕਰਦਾ ਹੈ। ਤਿਮ ਗਿਆਨੀ ਕੋ ਨਾਨਾ ਨਾਹੈ, ਸਭ ਮਹਿ ਬ੍ਰਹਮ ਰੂਪ ਦਰਸਾਹੇ। ਇਸੇ ਤਰ੍ਹਾਂ ਜਿਹੜੇ ਗਿਆਨਵਾਨ ਪੁਰਸ਼ ਹੁੰਦੇ ਆ ਤਤਵੇਤੇ, ਉਹ ਫਿਰ ਅਨੇਕਾਂ ਪ੍ਰਕਾਰ ਦੇ ਜੀਵ ਜੰਤੂਆਂ ਦੇ ਰੂਪ ਨੂੰ ਛੱਡ ਕੇ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਹੀ ਵੇਖਦੇ ਹਨ। ਭੂਖਨ ਤੇ ਪੂਰਬ ਸ਼ੁਭ ਕੰਚਨ,
ਭੂਖਨ ਬਨੇ ਭੇਦ ਤਉ ਰੰਚਨ। ਤੇ ਆਪਣੇ ਤਾਂ ਜਿਵੇਂ ਸੁਨਾਰ ਜਾਣ ਲੈਂਦਾ ਵੀ ਇਹ ਤੇ ਬਣੇ ਹੋਏ ਗਹਿਣੇ ਅਸਲ ਵਿੱਚ ਤਾਂ ਸੋਨਾ ਹੀ ਹੈ, ਤੇ ਸੋਨਾ ਹੀ ਉਹ ਗਿਣ ਕੇ ਤੇ ਆਪਣੀ ਤਿਜੋਰੀ ਵਿੱਚ ਰੱਖਦਾ, ਤੇ ਆਪਣੇ ਤਾਂ ਹੀ ਰੱਤੀ ਭਰ ਫਰਕ ਨਹੀਂ ਸਮਝਦਾ ਵੀ ਇਹ ਕੰਠਾ ਹੈ ਕਿ ਕੰਠੀ ਹੈ, ਉਹ ਤਾਂ ਸੋਨਾ ਹੀ ਦੇਖਦਾ ਹੈ। ਤੇ ਇਸੇ ਤਰ੍ਹਾਂ ਹੀ ਉਹ ਜਿਹੜਾ ਬ੍ਰਹਮ ਦ੍ਰਿਸ਼ਟੀ ਵਾਲਾ ਹੁੰਦਾ ਹੈ, ਬ੍ਰਹਮ ਗਿਆਨੀ ਹੁੰਦਾ ਹੈ, ਉਹ ਸਾਰਿਆਂ ਦੇ ਵਿੱਚ ਉਹ ਬ੍ਰਹਮ ਰੂਪ ਹੀ ਵਾਹਿਗੁਰੂ ਜੀ ਦਾ ਤੱਕਦਾ ਹੈ। ਬਿਨ ਸੇ ਤੇ ਬਿਨ ਕਨਕ ਨ ਆਨ, ਏਮ ਜਾਣਤ ਹੈ ਜੇ ਬੁੱਧਵਾਨ। ਤੇ ਗਹਿਣਿਆਂ ਦੇ ਟੁੱਟ ਜਾਣ ਤੇ ਫਿਰ ਸੋਨੇ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ, ਤੇ ਫਿਰ ਸਿਆਣਾ ਵਿਅਕਤੀ ਇਸੇ ਤਰ੍ਹਾਂ ਹੀ ਜਾਣਦਾ ਵੀ ਜਿਹੜਾ ਵਾਹਿਗੁਰੂ ਜੀ ਦਾ ਰੂਪ ਹੀ ਹੈ ਸਾਰੇ ਪਾਸੇ। ਹੁਣ ਸੋਨੇ ਦਾ ਬਣਾ ਕੋਈ ਗਹਿਣਾ ਟੁੱਟ ਜਾਏ ਤੇ ਉਹਦੇ ਤਾਈਂ ਜਿਹੜਾ ਸੁਨਾਰ ਹੈ ਉਹਦੇ ਤਾਈਂ ਪਾਜ ਲਾਉਂਦਾ, ਤੇ ਜੇ ਆਪਾਂ ਕਹਿ ਦਈਏ ਵੀ ਨਹੀਂ ਇਹ ਤੁਸੀਂ ਰੱਖ ਲਓ ਸਾਨੂੰ ਨਵਾਂ ਦੇ ਦਿਓ, ਫਿਰ ਉਹ ਇਹ ਨਹੀਂ ਦੇਖਦਾ ਵੀ ਇਹ ਬਣਿਆ ਹੋਇਆ ਕਿ ਉਹਦਾ ਵਜ਼ਨ ਜੋਖਦਾ ਵੀ ਕਿੰਨੇ ਗ੍ਰਾਮ ਹੈ, ਫਿਰ ਉਹ ਦੇਖਦਾ ਵੀ ਇਹਦੇ ਵਿੱਚ ਮਿਲਾਵਟ ਤੇ ਨਹੀਂ, ਫਿਰ ਉਹਦੀ ਉਹ ਕਾਟ ਕੱਟਦਾ, ਜੇ ਉਹਦੇ ਵਿੱਚ ਮਿਲਾਵਟ ਹੋਵੇ ਫਿਰ ਉਹ ਆਪਣੇ ਕੋਲ ਰੱਖ ਲੈਂਦਾ। ਇਸੇ ਤਰ੍ਹਾਂ ਹੀ ਉਹ ਵਾਹਿਗੁਰੂ ਜੀ ਦੇ ਜਿਹੜੇ ਤੱਤ ਬੇਤੇ ਸਤਿਪੁਰਸ਼ ਹੈ ਉਹ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਦਾ ਹੀ ਸਰੂਪ ਦੇਖਦੇ ਹੈ। ਜਿਵੇਂ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਇਉਂ ਫਿਰ ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਸਾਖੀ ਹੋ ਜਾਂਦਾ ਉਹ ਵਾਹਿਗੁਰੂ ਜੀ ਦੇ ਜੋਤ ਸਰੂਪ ਆਪੇ ਨੂੰ ਸਾਰਿਆਂ ਹੀ ਘਟਾਂ ਦੇ ਵਿੱਚ ਸਾਰੇ ਹਿਰਦਿਆਂ ਦੇ ਵਿੱਚ ਵੇਖਦੇ ਹਨ। ਪ੍ਰਥਮ ਜਗਤ ਤੇ ਬ੍ਰਹਮ ਸਰੂਪ, ਬਨਿਓ ਅਨਕ ਆਤਮਾ ਅਨੂਪ। ਸੰਸਾਰ ਦੇ ਰੂਪਮਾਨ ਹੋਣ ਤੋਂ ਪਹਿਲਾਂ ਕੇਵਲ ਵਾਹਿਗੁਰੂ ਜੀ ਦਾ ਹੀ ਇੱਥੇ ਸਰੂਪ ਵਿਦਮਾਨ ਸੀ, ਫਿਰ ਉਹ ਵਾਹਿਗੁਰੂ ਨੇ ਹੀ ਆਪਣੇ ਆਪ ਤੋਂ ਅਨੇਕਾਂ ਹੀ ਸਰੂਪ ਇਸ ਧਰਾ ਤੇ ਪ੍ਰਗਟਾਉਣਾ ਕੀਤੇ। ਨਸ਼ਟ ਹੋਏ ਨਾਨਾ ਵਿਦ ਜੋਏ, ਬਿਨਾ ਬ੍ਰਹਮ ਤੇ ਦੁਤੀ ਨਾ ਹੋਏ। ਤੇ ਜੇਕਰ ਕਿਸੇ ਤਰ੍ਹਾਂ ਉਹ ਸਾਰਾ ਜਿਹੜਾ ਪਸਾਰਿਆ ਹੋਇਆ ਵਾਹਿਗੁਰੂ ਜੀ ਨੇ ਉਹਨੂੰ ਉਹ ਆਪਣੇ ਤਾਂ ਹੀ ਲਾਇਆ ਕਰ ਦੇਵੇ, ਸਮਾਪਤ ਕਰ ਦੇਵੇ, ਤਾਂ ਪਿੱਛੇ ਫਿਰ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਜੀ ਦੀ ਜੋਤ ਹੀ ਇੱਥੇ ਮੌਜੂਦ ਰਹਿੰਦੀ ਹੈ। ਆਦ ਨਹੀਂ ਜੋ ਅੰਤ ਨਾ ਰਹੈ, ਮਦ ਕੁਤੋ ਸਾਚੋ ਤਿਹ ਕਹੈ। ਤੇ ਉਹ ਫਿਰ ਵਾਹਿਗੁਰੂ ਜੀ ਜੀਵ ਜੰਤੂ ਜੇਕਰ ਸ਼ੁਰੂ ਵਿੱਚ ਹੀ ਨਾ ਹੁੰਦੇ, ਅੰਤ ਵਿੱਚ ਵੀ ਨਾ ਰਹਿਣ, ਤਾਂ ਫਿਰ ਵਿਚਕਾਰਲੇ ਸਮੇਂ ਉਹ ਵਾਹਿਗੁਰੂ ਸਦਾ ਹੀ ਰਹਿੰਦਾ ਹੈ। ਆਦ ਅੰਤ ਏਕੋ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਵੀ ਉਹ ਜਿਹਦਾ ਕੋਈ ਆਦ ਨਹੀਂ, ਜਿਹਦਾ ਕੋਈ ਅੰਤ ਨਹੀਂ, ਉਹ ਜਿਹੜਾ ਅਕਾਲ ਪੁਰਖ ਹੈ ਉਹ ਮੇਰਾ ਗੁਰੂ ਹੈ, ਕਲਗੀਧਰ ਪਿਤਾ ਆਖਦੇ ਹੈ। ਤੇ ਉਸ ਵਾਹਿਗੁਰੂ ਦਾ ਸਰੂਪ ਹੀ 10 ਗੁਰੂ ਸਾਹਿਬਾਨ ਨੇ, ਤੇ ਉਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇਹ ਜੋਗੀ ਨੂੰ ਸਾਰੀ ਗੱਲ ਦਰਸਾ ਰਹੇ ਹਨ। ਜਾਤੇ ਬ੍ਰਹਮ ਰੂਪ ਸਭ ਜਾਨ, ਆਪਰ ਆਕਾਰ ਭਰਮ ਹੀ ਮਾਨ। ਤੇ ਇਉਂ ਫਿਰ ਇਹ ਸਾਰਾ ਸਰੂਪ, ਇਹ ਸਾਰਾ ਪਸਾਰਾ ਵਾਹਿਗੁਰੂ ਦਾ ਰੂਪ ਹੀ ਤੁਸੀਂ ਜਾਣਨਾ ਕਰੋ, ਬਾਕੀ ਸਾਰੇ ਆਕਾਰ ਭਰਮ ਰੂਪ ਨੇ ਇਹ ਸਾਰੇ ਦੇ ਸਾਰੇ ਵਾਹਿਗੁਰੂ ਜੀ ਦੇ ਹੀ ਪੈਦਾ ਕੀਤੇ ਹੋਏ ਹੈ। ਇਉਂ ਸਤਿਗੁਰੂ ਦੇਵ ਜੀ ਹੁਣ ਉਹਨੂੰ ਯੋਗੀ ਨੂੰ ਇਹ ਸਾਰੀਆਂ ਉਦਾਹਰਨਾਂ ਦੇ ਦੁਆਰਾ ਇਹ ਆਤਮ ਦਾ ਗਿਆਨ, ਇਹ ਬ੍ਰਹਮ ਦਾ ਗਿਆਨ ਕਰਵਾ ਰਹੇ ਹੈ। ਸਤਿਗੁਰੂ ਦੇਵ ਦਇਆ ਕਰਨ, ਇਹ ਸਾਰੀ ਵਿਚਾਰ ਸਾਡੇ ਵੀ ਇਹਦੇ ਦੇ ਤਾਈਂ ਬਸ ਜਾਵੇ, ਤੇ ਅਸੀਂ ਵੀ ਸਤਿਗੁਰੂ ਦੇਵ ਜੀ ਦੇ ਇਹਨਾਂ ਪਵਿੱਤਰ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਕਮਾ ਕਰਕੇ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਤਿਗੁਰੂ ਪਿਤਾ ਬਖਸ਼ੰਦ ਨੇ। ਰਹਿੰਦੇ ਇਸ ਪ੍ਰਸੰਗ ਦੀ ਵਾਰਤਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਆਓ ਅਖੀਰਲੀਆਂ ਤੋਂ ਪੰਕਤੀਆਂ ਪੜ੍ਹ ਇੱਥੇ ਹੀ ਇਸ ਪ੍ਰਸੰਗ ਨੂੰ ਵਿਰਾਮ ਦਈਏ ਜੀ। ਯਾਤੇ ਬ੍ਰਹਮ ਰੂਪ ਸਭ ਜਾਨ, ਆਪਰ ਆਕਾਰ ਭਰਮ ਹੀ ਮਾਨ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ।
ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ। ਆਧਾਰ ਹੇ ਠਾਕੁਰ ਹਉ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ। ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਈ ਪ੍ਰਭ ਸਰਨਾਗਤੀ ਨਾਗਤੀ ਕਿਰਪਾ ਨਿਦ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਆਈ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।